ਉਹ ਲੋਕ ਕੌਣ ਸੀ, ਉਹ ਸ਼ਖਸ ਕੌਣ ਸੀ ਜਿਹੜੇ ਕਿ ਸਿਰੋਂ ਮੋਨੇ ਸੀਗੇ, ਮੂੰਹ ਤੋਂ ਸ਼ੇਵ ਸੀਗੇ, ਕਲੀਨ ਸ਼ੇਵ ਸੀਗੇ, ਲਗਾਤਾਰ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਸੀ ਔਰ ਲਗਾਤਾਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਜਿਹੜੇ ਆ ਬੇਸਬਾਲ ਦੇ ਸਲੱਗਰ ਲੈ ਕੇ ਘੁੰਮ ਰਹੇ ਸੀ। ਔਰ ਉਸ ਤੋਂ ਬਾਅਦ ਵੀ ਬਣੇ ਕਮਿਸ਼ਨ ਜਿਹੜੀ ਐਸਆਈਟੀਜ਼ ਨੇ ਉਹਨਾਂ ਨੇ ਕੀ ਇਹਨਾਂ ਨੂੰ ਆਪਣੇ ਜਾਂਚ ਦਾ ਹਿੱਸਾ ਬਣਾਇਆ, ਕੀ ਸਵਾਲਾਂ ਦੇ ਘੇਰੇ 'ਚ ਲਿਆਂਦਾ। ਇਹ ਬੰਦਾ ਹੁਣ ਉੱਥੇ ਕਿਹਦੀ ਸ਼ਹਿ ਤੇ ਆਇਆ ਸੀ, ਕੌਣ ਸੀ ਕੌਣ ਨਹੀਂ ਸੀ, ਇਹ ਵੱਡਾ ਸਵਾਲ ਹੈ। ਉਸ ਤੋਂ ਵੱਡਾ ਸਵਾਲ ਇਹ ਹੈ ਕਿ ਭਾਈ ਸਾਹਿਬ ਨੂੰ ਜਾਂਚ ਦੇ ਘੇਰੇ ਦੇ ਵਿੱਚ ਸ਼ਾਮਲ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਜੇ ਕੇਵਲ ਕਾਂਗਰਸ ਦੇ ਹੀ ਦੋ ਮੁੱਖ ਮੰਤਰੀ ਜਿਹੜੇ ਆ ਇਸ ਇਸ਼ੂ ਨੇ ਭੁਗਤਾ ਦਿੱਤੇ, ਪਰ ਮਸਲਾ ਜਿਉਂ ਦੀ ਤਿਉਂ ਖੜਿਆ ਰਿਹਾ, ਇਨਸਾਫ ਨਹੀਂ ਮਿਲਿਆ। ਕੀ ਮਸਲਾ ਸੁਲਝਾਉਣ ਦੀ ਜਗ੍ਹਾ ਉਲਝਾਉਣ ਦੇ ਵਿੱਚ ਪ੍ਰਸ਼ਾਸਨ ਲੱਗਿਆ ਰਿਹਾ ਸੀ। ਇਹਨਾਂ ਦੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਜੀ ਉਸ ਟਾਈਮ ਤੇ ਸਿੱਟ ਦੇ ਮੈਂਬਰ ਵੀ ਰਹੇ ਨੇ ਜਦੋਂ ਇਹ ਸਰਕਾਰ ਨਹੀਂ ਸੀ ਬਣੀ, ਔਰ ਉਹ ਆਪਣੀ ਚਾਰਜ ਸ਼ੀਟ ਦੇ ਵਿੱਚ ਕਈ ਸਾਰੀਆਂ ਐਸੀਆਂ ਚੀਜ਼ਾਂ ਵੀ ਦੱਸ ਚੁੱਕੇ ਨੇ ਪੰਜਾਬ ਸਰਕਾਰ ਨੂੰ, ਜਿਹਦੇ ਵਿੱਚ ਅਗਰ ਉਹ ਚਾਹਣ ਉਹ ਕਹਿੰਦੇ ਕਿ ਮੈਂ ਅਕਾਲੀਆਂ ਦੇ ਵਿੱਚ ਜਿਹੜੇ ਲੀਡਰ ਇਸ ਚੀਜ਼ ਦੇ ਵਿੱਚ ਇਨਵੋਲਵ ਨੇ, ਮੈਂ ਉਹਨਾਂ ਨੂੰ ਸਾਬਿਤ ਕਰ ਸਕਦਾ, ਮੈਂ ਅੱਗੇ ਲਿਆ ਸਕਦਾ, ਮੈਂ ਇਸ ਤੇ ਚੰਗੇ ਢੰਗ ਨਾਲ ਮੈਂ ਕੰਮ ਕਰ ਸਕਦਾ। ਬਟ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਕਿੱਥੇ ਬਿਠਾਇਆ ਹੋਇਆ ਹੈ ਕਿ ਕੈਪਟਨ ਅਮਰਿੰਦਰ ਨੇ ਇਸ ਮੁੱਦੇ ਦੇ ਉੱਤੇ ਪ੍ਰਾਇੋਰਟੀ ਨਹੀਂ ਦਿੱਤੀ। ਉਹਨਾਂ ਨੂੰ ਲੱਗਿਆ ਕਿ ਉਸ ਟਾਈਮ ਦੇ ਵਿੱਚ ਕਿ ਮੈਨੂੰ ਹੋਰ ਕੰਮਾਂ ਦੇ ਵਿੱਚ ਰੁੱਝੇ ਹੋਣ ਕਰਕੇ ਜਾਂ ਫਿਰ ਆਪਣੇ ਜੋ ਪੰਜਾਬ ਦੇ ਜਿਹੜੇ ਹੋਰ ਮਸਲੇ ਸੀ ਉਹਨਾਂ ਵਿੱਚ ਕੰਮ ਕਰਨ ਕਰਕੇ ਹੋ ਰਹੇ, ਪਰ ਇਸ ਚੀਜ਼ ਨੂੰ ਉਹਨਾਂ ਨੇ ਪ੍ਰਾਇੋਰਟੀ ਨਹੀਂ ਦਿੱਤੀ। ਤੁਸੀਂ ਆਪਣੀਆਂ ਜਿਹੜੀਆਂ ਗਲਤੀਆਂ ਇੱਕ ਬੰਦੇ ਦੀਆਂ ਨਹੀਂ ਆ, ਪੂਰੀ ਪਾਰਟੀ ਆ। ਕੱਲੇ ਕੈਪਟਨ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ ਕਿਸੇ ਨੇ। ਜੇ ਕੈਪਟਨ ਨੇ ਗੱਲ ਕਹੀ ਤਾਂ ਮਗਰ ਉਹਦੇ ਜਿਹੜੇ 117 ਕੈਂਡੀਡੇਟ ਖੜੇ ਸੀ ਉਹਨਾਂ ਦੇ ਵਿੱਚੋਂ 60 ਪਿੰਡਾਂ ਨੂੰ ਬਹੁਮਤ ਮਿਲਿਆ ਪੰਜਾਬ ਦੇ ਵਿੱਚ। ਫਿਰ ਅੱਜ ਕੱਲਾ ਕੈਪਟਨ ਜ਼ਿੰਮੇਵਾਰ ਨਹੀਂ, ਪੂਰੀ ਕਾਂਗਰਸ ਪਾਰਟੀ ਜ਼ਿੰਮੇਵਾਰ ਆ। ਤੁਸੀਂ ਇਹ ਨਾ ਕਹੋ ਵੀ ਅਸੀਂ ਇਹਦਾ ਕਰ ਸਕਦੇ ਹਾਂ। ਕੈਪਟਨ ਜ਼ਿੰਮੇਵਾਰ ਹੈ ਜੀ, ਚੀਫ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਸਾਰੇ ਐਕਸ਼ਨ ਲੈਣ ਦੀ। ਜੀ ਕੈਬਨਿਟ ਜੇ ਸਾਰੀ ਕੈਬਨਿਟ ਇੱਕ ਪਾਸੇ ਸੀ, ਕੈਪਟਨ ਇੱਕ ਸਾਈਡ ਸੀ, ਤੇ ਉਸ ਵੇਲੇ ਕੈਬਨਿਟ ਨੇ ਰਿਜ਼ਾਈਨ ਕਿਉਂ ਨਹੀਂ ਕੀਤਾ? ਤੇ ਉਹਦੇ ਤੁਸੀਂ ਸੁੱਤੇ ਪਏ ਸੀਗੇ ਜਦੋਂ 3 ਮਹੀਨੇ 2 ਮਹੀਨੇ ਤਾਂ 3 ਟਪਾਤੇ 6 ਟਪਾਤੇ। 3 ਲੱਖ ਲੋਕਾਂ ਦੇ ਨਾਲ ਜੋ ਇਨਸਾਫ ਨਹੀਂ ਸੀ ਮਿਲਿਆ, ਇਸੇ ਕਰਕੇ ਪਾਰਟੀ ਨੇ ਡਿਸੀਜਨ ਲਿਆ। ਪਹਿਲੇ 6 ਮਹੀਨਿਆਂ ਦੇ ਵਿੱਚ ਵੀ ਡਿਸੀਜਨ ਲਿਆ ਜਾ ਸਕਦਾ ਸੀ, ਕੈਪਟਨ ਨੂੰ ਪਾਸੇ ਕੀਤਾ ਜਾ ਸਕਦਾ ਸੀ, ਕਿਉਂਕਿ ਤੁਹਾਡੀ ਪਾਰਟੀ ਦੀ ਜਿਹੜੀ ਹੈ ਇੱਜ਼ਤ ਬਰਕਰਾਰ ਰਹਿੰਦੀ। ਜਿੰਨਾ ਕੇਸ ਇਹਨਾਂ ਪੋਲੀਟੀਕਲ ਲੋਕਾਂ ਨੇ ਉਲਝਾਇਆ ਏਦਾਂ ਆਪਣੀਆਂ ਦਗਮੇ ਮਾਰ ਕੇ, ਅਸੀਂ ਐਂ ਕਰ ਦਿੰਦੇ, ਫਲਾਨਾ ਐ ਝੌਂਕਾ ਐ, ਇਹ ਸਭ ਬੇਬੁਨਿਆਦ ਗੱਲਾਂ। ਕੀਤਾ ਕੱਖ ਨਹੀਂ ਕਿਸੇ ਨੇ। ਇਹਦੇ ਚ ਇਹ ਕੋਈ ਮੰਨਣ ਨੂੰ ਤਿਆਰ ਨਹੀਂ ਹੈਗੇ। ਅੱਜ ਕੁੰਵਰ ਵਿਜੇ ਪ੍ਰਤਾਪ ਕੀ ਕਰ ਦੇਣਗੇ? ਉਹ ਤਾਂ ਰਿਜ਼ਾਈਨ ਦੇ ਕੇ IPS ਤੋਂ ਪਾਸੇ ਹਟ ਕੇ ਇੱਕ MLA ਬਣ ਕੇ ਅੱਜ ਬੈਠੇ ਨੇ। ਜਦੋਂ ਉਹ ਜਾਂਚ ਕਰ ਰਹੇ ਸੀ ਉਦੋਂ ਕਿਉਂ ਨਹੀਂ ਕੀਤਾ ਗਿਆ? ਗੱਲ ਤੇ ਇੱਥੇ ਇਹ ਆਉਂਦੀ ਆ ਵੀ ਉਹ ਜਾਂਚ ਤੇ ਸਵਾਲ ਤੁਸੀਂ ਕਰ ਰਹੇ ਹੋ ਪਿਛਲੀ ਤੇ, ਮੌਜੂਦਾ ਤੇ ਤਾਂ ਤੁਸੀਂ ਖੁਲਾਸੇ ਕਰੀ ਜਾਂਦੇ ਹੋ, ਕੱਲ ਮੌਜੂਦਾ ਨੇ ਵੀ ਨਹੀਂ ਕੀਤੀ। ਅਸੀਂ ਤਾਂ ਡੇ 1 ਤੋਂ ਹੀ ਇਹ ਗੱਲ ਕਹਿ ਰਹੇ ਹਾਂ ਕਿ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ, ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਔਰ ਇਹ ਸਾਰੇ ਲੋਕਾਂ ਨੇ ਰਲ ਮਿਲ ਕੇ ਜਿਹੜਾ ਇਹ ਸਿੱਖਾਂ ਨੂੰ ਸ਼ਹੀਦ ਕੀਤਾ ਔਰ ਇਹ ਬੇਅਦਬੀਆਂ ਦੇ ਪਿੱਛੇ ਲੋਕ ਦੋਸ਼ੀ ਹੈ। ਕਾਂਗਰਸ ਸਰਕਾਰ ਨੇ ਕਿਹਾ ਕਿ ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ, ਨਸ਼ੇ ਖਤਮ ਕਰਾਂਗਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਪਰ ਸਿੱਖਾਂ ਦੇ ਹਜ਼ਾਰਾਂ ਸਿੱਖਾਂ ਦੀ ਕਾਤਲ ਹੈ ਕਾਂਗਰਸ। ਹਜ਼ਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ 84 ਦੇ ਵਿੱਚ ਅਗਨ ਭੇਟ ਵੀ ਕੀਤੇ ਆ, ਗੋਲੀਆਂ ਮਾਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਸਿੱਧੀਆਂ ਗੋਲੀਆਂ ਮਾਰੀਆਂ, ਉਹਨਾਂ ਦਾ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਪਰ ਵਿਜੇ ਕੁੰਵਰ ਪ੍ਰਤਾਪ ਸਿੰਘ ਨੂੰ ਪੁੱਛਣਾ ਹੀ ਨਾ, ਉਹਨੂੰ ਚੁੱਪ ਕਰਕੇ ਇੰਨਾ ਪੜ੍ਹਿਆ ਲਿਖਿਆ ਆਦਮੀ ਜਿਹੜਾ, ਉਹਨੂੰ ਕਿਸੇ ਮੰਤਰੀ ਮੰਡਲ 'ਚ ਨਾ ਲਿਆਉਣਾ, ਉਹਦੀ ਕਿਤੇ ਥਾਂ ਨਾ ਦੇਣਾ। ਔਰ ਬਲਕਿ ਜਦੋਂ ਵਿਧਾਨ ਸਭਾ ਹੁੰਦੀ ਸੀ ਉਹ ਚੀਕ ਕੇ ਕਹਿੰਦਾ ਸੀ ਕਿ ਸਭ ਤੋਂ ਅਹਿਮ ਮਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਔਰ ਉਹਨੂੰ ਚੁੱਪ ਬਿਠਾਉਣਾ। ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਸਾਰੇ ਉਸੇ ਰਾਹ ਹੀ ਚੱਲੇ ਹੋਏ, ਜਿਵੇਂ ਚਾਂਦੀ ਸਾਹਿਬ ਨੇ ਕਿਹਾ ਕਿ ਵੋਟਾਂ ਦੀ ਰਾਜਨੀਤੀ ਹੈ। ਤੇ ਉੱਥੇ ਇਹ ਸਿਵਲ ਦੇ ਵਿੱਚ ਬੰਦਾ, ਜਿਵੇਂ ਤੁਸੀਂ ਵੀਡੀਓ ਦੇਖਿਆ ਆਪਾਂ ਸਾਰਿਆਂ ਨੇ, ਉਹਦੇ ਵਿੱਚ ਆ ਕੇ ਬੰਦਾ ਉਕਸਾ ਰਿਹਾ। ਉਹ ਚਾਹੇ ਹੁਣ ਇਹ ਚ ਹੁਣ ਆਇਡੈਂਟੀਫਾਈ ਕਰਨਾ ਤਾਂ ਸੱਟ ਦਾ ਕੰਮ ਹੈ ਨਾ, ਚਾਹੇ ਮੌਜੂਦਾ ਚਾਹੇ ਪਿਛਲੀ ਹੈ। ਤੇ ਉਹ ਬੰਦਾ ਇਹੋ ਜਿਹਾ ਕੌਣ ਸੀਗਾ ਜਿਹੜਾ ਨਿਤਨੇਮ ਕਰਦਿਆਂ ਚ ਬਾਣੀ ਪੜ੍ਹਦਿਆਂ ਦੇ ਵਿੱਚ ਉਹਨੂੰ ਹੱਲਾ ਗੁੱਲਾ ਕਰਨਾ ਪਿਆ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਕੋਟਕਪੂਰਾ ਗੋਲੀकांड ਨੂੰ ਲੈ ਕੇ ਸਪੋਕਸਮੈਨ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ। ਉਸ ਖੁਲਾਸੇ ਤੋਂ ਬਾਅਦ ਇਹ ਚਰਚਾ ਮੁਨੱਕਦ ਕੀਤੀ ਹੈ। ਕੋਟਕਪੂਰਾ ਦੇ ਵਿੱਚ ਸਿੱਖ ਸੰਗਤ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਪਾਠ ਕਰਦੀ ਹੋਈ, ਜਾਪ ਕਰਦੀ ਹੋਈ ਪ੍ਰੋਟੈਸਟ ਕਰ ਰਹੀ ਸੀ।
कि साडी गुरु दी होई बेपत दा इंसाफ दिता जाए, जिन्हां उत्ते पुलिस दी खाकी दी डांग चलदी है ते गोली चलदी है। उस तो बाद थ्योरी ये कढ़ी जाती है कि पुलिस ने सैल्फ प्रोटैक्शन दे विच एक्शन किया, बट उस इनएक्शन दे पिछे असल वजह की सी जिहड़ा स्पोक्समैन ने खुलासा किया है, वो लोग कौन से, वो शख्स कौन सी जिहड़े कि सिरों मोने सीगे, मूँह तो शेव सीगे, क्लीन शेव सीगे, लगातार पुलिस प्रोटैक्शन दे विच सी और लगातार उन्हां दी अखां दे सामने जिहड़े आ बेसबॉल दे स्लगर लैके घूम रहे सी। उदों उन्हां नूं क्यों नहीं पुछया गया, उदों उन्हां तो क्यों नहीं सवाल कीते गए, क्यों नहीं रोकिया गया, क्यों नहीं टोकिया गया, बजाए कि लोकां ते संगत ते गोली चलाउण दे। और उस तो बाद भी बने कमीशन जिहड़ी SITs ने, उन्हां ने की इन्हां नूं अपने जांच दा हिस्सा बनाया, कि सवालों के घेरे च लिआंदा, ये वड्डा सवाल है। और 8 साल इस नूं बीत गए है, किन्नियां SIT चेंज हो गई, सरकारां चेंज हो गई, मुख्यमंत्री बदले गए, पर यह मसला ज्यों दी त्यों खड़ा है। सिखां दे जिहड़े जख्म है, नानक नामलेवा दे जिहड़े जख्म है, वो अल्ले ने। अजिहे मामले जो बार बार सामने आते हैं, वो जख्म जिहड़े है वो उचेड़े जाते हैं। एक वीडियो एक बार फिर तो तुहानूं वो वीडियो साझी करते हैं, जिस वीडियो दे विच वो शख्स साफ तौर पर नजर आ रहा है जिन्हें भीड़ नूं उकसाया पुलिस के उत्ते हमला करने लिए, और आप ही सब तो पहला कीता। तुसीं देखोगे जिथे मार किया होया है, ये वो शख्स है। जदों दोहां धिरां दी झड़प हुई तो भाई साहब उत्थों अख बचा के निकलते हुए नजर आउंदे आ। पहला यह बलदी ते तेल पाउण दा काम करते हैं। हालांकि उस वेले उदों ये जिहड़े तकरीर की जा रही सी कि असी पहल नहीं करनी, शांतमई तरीके नाल पाठ करना है। और सवाल यह है कि इन्नी काली की हुई सी पुलिस नूं एक्शन करन दी, जदों संगत पाठ कर रही सी, बेसबॉल का डंडा हत्थ दे विच है, पुलिस वाले देख रहे हैं। एक होर वीडियो है जिस दे विच ये शख्स जिहड़ा है पुलिस वालियां दे विच घुम रहा है, संगत दूजे पासे है, ये पुलिस वालियां दी अखां दे सामने है। SSP तो लैके IG तक सामने खड़े है, उन्हां दी अखां दे सामने है। किसी की हिम्मत नहीं पई कि इहनूं पुछ लो भाई साहब आप जी कौन हो, ये डांगा सोटे है। जदों तुहाडे सारे बंदे कह रहे हैं कि थल्ले, ये देखो एक्शन किया जा रहा है, पुलिस प्रोटैक्शन रूम तो एक्शन किया जा रहा है, दो ਉਂਗਲਾਂ खड़ियां कीतियां जांदियां, उस तो बाद बुलाया जाता कुछ बंदियां नूं। सो इस तरीके दे नाल ये बंदा हुण उत्थे किहदी शह ते आया सी, कौन सी कौन नहीं सी, ये वड्डा सवाल है। उस तो वड्डा सवाल यह है कि भाई साहब नूं जांच दे घेरे दे विच शामिल किया गया या नहीं किया गया। जे किया गया तो हुण तक होया की, हुण तक की होया, इस नूं लैके कोई सर्कुलर जारी होया, कोई नोटिस कढ़िया गया, कोई इहदे स्कैच जिहड़े है वो लाए गए, ये सब तो वड्डा सवाल है। और यही खुलासा जिहड़ा स्पोक्समैन ने किया सी, उस तो बाद जिहड़ी अज इस दे विषय दे उत्ते चर्चा मुनक्कद की है कि बेअदबी दा इंसाफ लैण गई संगत दे उत्ते गोलियां चलियां, उन्होंने शहीद कर दिता गया। वीडियो तुसीं देख रहे हो, इस वीडियो दे विच पुलिस दे विचों लंघ रहा है, उत्थे वड्डे पुलिस ऑफिसर खड़े है, उन्हां दे विचों ये बेसबॉल दा स्लगर लैके निकल रहे। बिना किसी देरी तो चर्चा वल परतदे आ, अज इस चर्चा दे विच आए हुए मेहमानां नाल रस्मी तारुफ करवाउंदा होया उन्हां दा इस्तकबाल करांगे। साडे नाल अज इस चर्चा दे विच ਉਹ शख्स जुड़े जिन्होंने इनू बहुत नेड़ियों देखिया, बहुत लंबे समय तो इस विषय के उत्ते हुई चर्चावां दे विच हिस्सा भी लेंदे रहे हैं। सुखराज सिंह न्यामीवाला ने जिन्हां दे पिता की गोली लगन नाल मौत हुई सी, शहीद होए सीगे, कृष्ण भगवान सिंह जी के पुत्र ने सुखराज सिंह जी, तुहाडा इस चर्चा दे विच स्वागत है। और इस चर्चा दे विच साडे नाल श्रोमणी अकाली दल संयुक्त तो दविंदर सिंह सोढी जी ने, तुहाडा इस चर्चा जियो है नूं। टीना चौधरी जी कांग्रेस तो गलबात रखणगे, इस्तकबाल मैम। आम आदमी पार्टी तो रमन चांदी जी साडे नाल इस चर्चा दे विच सरकार दे पक्ष तो गलबात रखणगे, तुहाडा स्वागत है। सब तो पहला मैं चांदी जी तुहाडे तो जरूर ये गल जाननी पुछनी चाहूँगा, हुण भी एक SIT दे उत्ते काम कर रही है कि ये जिहड़ा स्पोक्समैन दे वल्लों खुलासा किया गया हुण तक तुहाडी नॉलेज दे विच होवे, तुसीं एक पार्टी स्पोक्सपर्सन हो, कि किसी SIT ने, किसी ऑफिसर ने, किसी पुलिस अफसर ने, किसी सरकार ने इस थ्योरी ते वर्क किया, इस थ्योरी ते काम किया, बजाए कि सिख संगत नूं बदनाम करन दे? जी धन्नवाद नवजोत जी। देखो गल ये है, जिस तरह तुसीं ये खुलासा कोटकपूरे गोलीकांड कर रहे हो, ये शख्स नूं वीडियो दे विच दिखा रहे हो, मेरे ख्याल च देखो सब तो पहला तो इस शख्स की जिन्नी भी छानबीन SIT ने इन्हां वीडियो दे राहीं जिन्ने भी मार्केशन की थी, सब की जांच हो के सब तो पुछगिछ की गई है। लेकिन
ਇਸ ਵਿਅਕਤੀ ਦਾ ਜੋ ਕੀ ਨਾਮ ਹੈ, ਜੇਕਰ ਇਸ ਵਿਅਕਤੀ ਦਾ ਨਾਮ ਪਤਾ ਹੁੰਦਾ ਤਾਂ ਮੈਂ ਦੱਸਦਾ। ਸਿੱਟ ਦੀ ਰਿਪੋਰਟ ਦੇ ਅਨੁਸਾਰ ਮੌਜੂਦਾ ਜੋ ਸਰਕਾਰ ਨੇ ਸਿੱਟ ਬਣਾਈ ਸੀ ਤਾਂ ਕੀ ਇਸ ਦੀ ਜਾਂਚ ਹੋ ਚੁੱਕੀ ਹੈ, ਇਸ ਵਿਅਕਤੀ ਤੋਂ ਪੁੱਛਗਿੱਛ ਹੋ ਚੁੱਕੀ ਹੈ, ਕਿਉਂਕਿ ਮੈਂ ਇਸ ਵਿਅਕਤੀ ਦਾ ਨਾਮ ਨਹੀਂ ਜਾਣਦਾ। ਨੰਬਰ 2 ਦੇ ਉੱਤੇ ਦੇਖੋ, ਇਹ ਇੱਕ ਸਿੱਖਾਂ ਦੇ ਦਿਲਾਂ ਦੇ ਨਾਲ ਵਿਰੋਧ ਹੋਇਆ ਕੰਮ ਸੀਗਾ ਪੰਜਾਬ ਦੇ ਅੰਦਰ ਜੋ ਹੋਇਆ। ਸਮੇਂ ਦੀਆਂ ਸਰਕਾਰਾਂ ਹਮੇਸ਼ਾ ਪੰਜਾਬ ਦੇ ਵਿੱਚ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਰਹੀਆਂ ਨੇ ਔਰ ਕਈ ਖਾਕਿਆਂ ਤੋਂ ਇਹ ਕੰਮ ਕੀਤਾ। ਸੋ ਇਹ ਚੀਜ਼ ਨੂੰ ਬੜੇ ਧਿਆਨ ਨਾਲ ਰੱਖ। ਚਾਂਦੀ ਜੀ, ਜਿਹੜੀ ਇਹ ਵੀਡੀਓ ਹੈ, ਚਾਂਦੀ ਜੀ ਜਿਹੜੀ ਇਹ ਵੀਡੀਓ ਹੈ, ਇਹ ਸ਼ਖਸ ਜਿਸ ਤਰੀਕੇ ਨਾਲ ਇੱਕ ਪਾਸੇ ਤਾਂ ਦੇਖੋ ਸੰਗਤ ਹੈ ਜਿਹੜੀ ਕਿ 5 ਬਾਣੀਆਂ ਦਾ ਪਾਠ ਕਰ ਰਹੀ ਹੈ, ਆਨੰਦ ਸਾਹਿਬ ਦਾ ਪਾਠ ਬਾਕੀ ਰਹਿੰਦਾ ਹੈ, ਬਿਨਾਂ ਕੋਈ ਵੇਟ ਕੀਤੇ ਪੁਲਿਸ ਆਪਣਾ ਐਕਸ਼ਨ ਕਰ ਦਿੰਦੀ ਹੈ, ਉੱਥੇ ਪਾਠ ਵੀ ਨਹੀਂ ਕਰਨ ਦਿੱਤਾ ਜਾਂਦਾ। ਪਤਾ ਨਹੀਂ ਕਿਸ ਗੱਲ ਦੀ ਕਾਹਲੀ ਸੀ, ਇਹ ਤੁਸੀਂ ਦੱਸ ਸਕਦੇ ਹੋ। ਦੂਜੀ ਗੱਲ ਇਹ ਆ ਕਿ ਇਹ ਸ਼ਖਸ ਪੁਲਿਸ ਦੇ ਵਿੱਚ ਘੁੰਮ ਰਿਹਾ, ਕੀ ਲੱਗਦਾ ਹੈ ਕਿ ਕੋਈ ਸਰਕਾਰੀ ਇਸ ਨੂੰ ਸ਼ਹਿ ਹਾਸਲ ਸੀ, ਕੋਈ ਇਹਨੂੰ ਪੋਲੀਟੀਕਲ ਸ਼ੈਲਟਰ ਸੀਗਾ, ਜਾਂ ਇਹ ਪੁਲਿਸ ਦਾ ਆਪਣਾ ਹੀ ਡਿਪਲਾਈ ਕੀਤਾ ਹੋਇਆ ਬੰਦਾ ਸੀਗਾ ਕਿ ਕੱਲ ਨੂੰ ਅਜਿਹੇ ਸਵਾਲ ਹੋਣਗੇ ਤੇ ਵੀਡੀਓ ਦੇ ਵਿੱਚ ਅਜਿਹਾ ਬੰਦਾ ਅਸੀਂ ਦਿਖਾ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਸਾਡੇ ਤੇ ਪਹਿਲਾਂ ਅਟੈਕ ਹੋਇਆ। ਨਵਜੋਤ ਜੀ ਦੇਖੋ, ਜਿਸ ਤਰ੍ਹਾਂ ਉਹ ਘੁੰਮ ਰਿਹਾ ਹੈ, ਜੇ ਤਾਂ ਤੁਸੀਂ ਆਪਾਂ ਇਸ ਗੱਲ ਨੂੰ ਇੱਧਰ ਨੂੰ ਲਈਏ ਕਿ ਇਹਦਾ ਆਪਣਾ ਕੋਈ ਧੜਾ ਹੋਏਗਾ ਜਾਂ ਇੰਡੀਵਿਜੂਅਲੀ ਆਪ ਇਹ ਕੁਝ ਕਰਦਾ ਹੋਗਾ, ਇਸ ਤਰ੍ਹਾਂ ਦਾ ਲੱਗਦਾ ਨਹੀਂ ਹੈ। ਕਿ ਜਿਸ ਤਰ੍ਹਾਂ ਉਹ ਖੜ ਕੇ ਇਸ਼ਾਰਾ ਕਰਦਾ ਹੈ, ਕਿਤੇ ਨਾ ਕਿਤੇ ਦੇਖੋ ਉਸ ਦੀ ਗੱਲ ਅਟਰੈਕਸ਼ਨ ਦੇਖ ਕੇ ਲੱਗਦਾ ਕਿ ਕਿਤੇ ਨਾ ਕਿਤੇ ਉਹਦੇ ਪਿੱਛੇ ਕੋਈ ਨਾ ਕੋਈ ਤਾਕਤ ਕੰਮ ਕਰਦੀ ਹੈ ਔਰ ਇਹ ਜਾਂਚ ਦਾ ਵਿਸ਼ਾ ਹੈ। ਔਰ ਜੇ ਸਪੋਕਸਮੈਨ ਚੈਨਲ ਨੇ ਇਹ ਚੀਜ਼ ਕੱਢ ਕੇ ਲਿਆਂਦੀ ਹੈ ਜਾਂਚ ਦੇ ਘੇਰੇ ਦੇ ਵਿੱਚ ਤਾਂ ਸਰਕਾਰ ਨੇ ਧਿਆਨ ਦਿੱਤਾ, ਲੇਕਿਨ ਜੇਕਰ ਜਾਂਚ ਦੇ ਘੇਰੇ ਦੇ ਵਿੱਚ ਆ ਤਾਂ ਫਿਰ ਉਹ ਮੈਂ ਬਾਈ ਨੇਮ ਦੱਸ ਸਕਦਾ। ਮੈਂ ਪਹਿਲਾਂ ਕਹਿ ਪਰ ਚਾਂਦੀ ਜੀ ਗੱਲ ਇਹ ਹੈ ਨਾ, 8 ਸਾਲ ਬੀਤ ਗਏ, 8 ਸਾਲ ਦੇ 8 ਸਾਲ ਇਸ ਦੇ ਉੱਤੇ ਹੁਣ ਤੱਕ ਕਿਸੇ ਨੇ ਗੱਲ ਹੀ ਨਹੀਂ ਕੀਤੀ। ਗੱਲ ਤਾਂ ਇਸ ਤੋਂ ਪਹਿਲਾਂ ਬਣੀਆਂ ਜਿਹੜੀ SITs ਨੇ, ਇਸ ਤੋਂ ਪਹਿਲਾਂ ਆਏ ਅਫਸਰ ਨੇ ਜਿਨ੍ਹਾਂ ਜਾਂਚ ਕੀਤੀ ਕਮਿਸ਼ਨ, ਕੀ ਇਸ ਥਿਊਰੀ ਦੇ ਉੱਤੇ ਕਿਸੇ ਨੇ ਗੱਲ ਕੀਤੀ? ਜੇ ਕੀਤੀ ਤੇ ਉਹ ਸਾਹਮਣੇ ਕਿਉਂ ਨਹੀਂ ਆਈ? ਨਵਜੋਤ ਜੀ ਦੇਖੋ, ਇੱਕ ਗੱਲ ਮੈਂ ਪਹਿਲਾਂ ਕਹਿ ਚੁੱਕਿਆ ਕਿ ਸਮੇਂ ਦੀਆਂ ਸਰਕਾਰਾਂ ਰਾਜਨੀਤੀ ਕਰਦੀਆਂ ਰਹੀਆਂ ਨੇ। ਇਹ ਨਹੀਂ ਕਿ ਅਸੀਂ ਪੰਜਾਬੀਆਂ ਨੂੰ, ਖਾਸ ਕਰ ਸਿੱਖਾਂ ਨੂੰ ਇਨਸਾਫ ਦੇਣਾ ਹੈ, ਇਸ ਥਿਊਰੀ ਦੇ ਉੱਤੇ ਕਦੇ ਵੀ ਕੰਮ ਨਹੀਂ ਹੋਇਆ। ਮੌਜੂਦਾ ਮਾਨ ਸਰਕਾਰ ਨੇ ਇਸੇ ਕਰਕੇ 4 ਸ਼ੀਟਾਂ ਜਿਹੜੀ ਪੇਸ਼ ਕੀਤੀ ਸੀ, ਚਾਹੇ ਉਹ 2 ਅਫਸਰਾਂ ਤੇ IPS ਅਫਸਰਾਂ ਤੇ ਗਾਜਗਿਰੀ, ਜੋ ਕੁਝ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਨਹੀਂ। ਮੈਂ ਦੋਸ਼ ਰਹਿਤ ਡਿਬੇਟ ਕਰਨਾ ਚਾਹੁੰਦਾ ਕਿ ਪਿੱਛੇ ਜੋ ਕੁਝ ਹੋਇਆ ਉਹਨਾਂ ਨੂੰ ਸਜ਼ਾ ਵੀ ਉਹਨਾਂ ਪਾਰਟੀਆਂ ਨੂੰ, ਉਹਨਾਂ ਨੇਤਾਵਾਂ ਨੂੰ ਮਿਲਦੀ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ। ਲੇਕਿਨ ਇਨਸਾਫ ਦੇਣਾ ਇੱਕ ਸਾਡਾ ਮੁੱਢਲਾ ਫਰਜ਼ ਬਣਦਾ। ਉਸੇ ਰੀਤ ਦੇ ਉੱਤੇ ਚੱਲਦੇ ਹੋਏ ਇਹ ਸਾਰਾ ਕੁਝ, ਚਾਹੇ ਉਹ ਸਾਬਕਾ ਡਿਪਟੀ ਮੁੱਖ ਮੰਤਰੀ ਸਾਹਿਬ ਹੋਣ, ਚਲੋ ਮੁੱਖ ਮੰਤਰੀ ਸਾਹਿਬ ਗੁਜ਼ਰ ਚੁੱਕੇ ਨੇ, ਉਹਨਾਂ ਦੀ ਫੈਮਿਲੀ ਹੋਵੇ, IPS ਅਫਸਰ ਹੋਣ, ਸਭ ਨੂੰ ਇਸ ਕੇਸ ਦੇ ਵਿੱਚ ਰੱਖਿਆ ਗਿਆ। ਚਾਹੇ ਅੱਜ ਉਹ ਬਿਆਨਬਾਜ਼ੀ ਪੋਲੀਟੀਕਲ ਕਰਦੇ ਨੇ, ਲੇਕਿਨ ਜੋ ਰਿਐਲਿਟੀ ਹੈ, ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜੋ ਸੱਚਾਈ ਹੈ ਮੈਂ ਉਹੀ ਪੇਸ਼ ਕਰਨੀ ਹੈ। ਇਹ ਵੀਡੀਓ ਦੇਖ ਕੇ ਜ਼ਰੂਰ ਲੱਗਦਾ ਕਿ ਇਸ ਵਿਅਕਤੀ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਮੈਂ ਸਰਕਾਰ ਨੂੰ ਵੀ ਇਹ ਆਪਣੀ ਸਰਕਾਰ ਨੂੰ ਵੀ ਉਹ ਤਾਂ ਹੁਣ ਇਹ ਦੇਖਣਾ ਹੋਊਗਾ ਚਾਂਦੀ ਜੀ ਕਿ ਬੰਦਾ ਮਿਲਣਾ ਵੀ ਹੈ ਜਾਂ ਨਹੀਂ ਮਿਲਣਾ, ਕਿੱਥੇ ਹੈ ਜਾਂ ਕਿੱਥੇ ਨਹੀਂ ਹੈ। ਅਸੀਂ ਆਪਣੇ ਖੁਲਾਸੇ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਉਹਦੇ ਵਿੱਚ ਵੀ ਲੋਕਾਂ ਨਾਲ ਸਵਾਲ ਪਾਏ ਸੀ। ਜਿਹੜੀ ਸਰਕਾਰ ਇਦੋਂ ਪਹਿਲਾਂ ਸੀਗੀ, ਕੋਈ ਐਸੀ ਗੱਲ ਨਹੀਂ ਹੈ। ਜੇਕਰ ਧਰਤੀ ਤੇ ਇਨਸਾਨ ਹੈਗਾ ਤਾਂ ਇੱਕ ਗੱਲ ਜ਼ਰੂਰ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ। ਜੇਕਰ ਵਿਲ ਪਾਵਰ ਪੰਜਾਬ ਪੁਲਿਸ ਦੇ ਅੰਦਰ ਆ ਕਿ ਅਸੀਂ ਇਨਸਾਫ ਦੇਣਾ ਪੰਜਾਬੀਆਂ ਨੂੰ, ਤਾਂ ਬੰਦਾ ਜਿੱਥੇ ਮਰਜ਼ੀ ਦੁਨੀਆ ਤੇ ਬੈਠਾ ਹੋਵੇ ਔਰ ਉਹ ਲੱਭੇ ਲੈਂਦੀ ਹੈ, ਕੋਈ ਐਸੀ ਗੱਲ ਨਹੀਂ। ਠੀਕ ਹੈ। ਟੀਨਾ ਚੌਧਰੀ ਜੀ, ਕਾਂਗਰਸ ਦੀ ਸਰਕਾਰ ਸੀਗੀ, ਸਭ ਤੋਂ ਜਿਹੜੇ ਮੇਜਰ 5 ਲੋਕਾਂ ਨਾਲ ਵਾਅਦੇ ਕੀਤੇ ਸੀ, ਉਹਦੇ ਵਿੱਚ ਪਹਿਲੀ ਥਾਂ ਦੇ ਉੱਤੇ ਬਰਗਾੜੀ ਬੇਅਦਬੀ ਦਾ ਇਨਸਾਫ, ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਸੀ। ਉਸ ਤੋਂ ਬਾਅਦ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਜਿਹੜੀ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੀਤੀ ਗਈ ਸੀ। ਕੇਵਲ ਕਾਂਗਰਸ ਦੇ ਹੀ 2 ਮੁੱਖ ਮੰਤਰੀ ਜਿਹੜੇ ਆ ਇਸ ਇਸ਼ੂ ਨੇ ਭੁਗਤਾ ਦਿੱਤੇ, ਪਰ ਮਸਲਾ ਜਿਉਂ ਦੀ ਤਿਉਂ ਖੜਿਆ ਰਿਹਾ, ਇਨਸਾਫ ਨਹੀਂ ਮਿਲਿਆ। ਕੀ ਮਸਲਾ ਸੁਲਝਾਉਣ ਦੀ ਜਗ੍ਹਾ ਉਲਝਾਉਣ ਦੇ ਵਿੱਚ ਪ੍ਰਸ਼ਾਸਨ ਲੱਗਿਆ ਰਿਹਾ ਸੀ? ਦੇਖੋ, ਮੈਂ ਇਸ ਤੇ ਕਹਿਣਾ ਚਾਹਾਂਗੀ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈਗਾ। ਸਾਡੇ ਸਿੱਖਾਂ ਦੇ ਨਾਲ ਜੋ ਉੱਥੇ ਹੋਇਆ, ਗੁਰੂ ਦੀ ਬੇਅਦਬੀਆਂ ਹੋਈਆਂ, ਇਸ ਤੇ ਅਸੀਂ ਅੱਜ ਵੀ ਓਨਾ ਹੀ ਸਾਨੂੰ ਦੁੱਖ ਲੱਗ ਰਿਹਾ ਇਸ ਚੀਜ਼ ਸੁਣ ਕੇ ਕਿ ਹਜੇ ਤੱਕ ਇਸ ਚੀਜ਼ ਦਾ ਇਨਸਾਫ ਕਿਉਂ ਨਹੀਂ ਮਿਲ ਸਕਿਆ। ਬਟ ਸਭ ਤੋਂ ਵੱਡੀ ਗੱਲ ਇਹ ਹੈਗੀ, ਕਾਂਗਰਸ ਦੇ ਟਾਈਮ ਤੇ ਕੈਪਟਨ ਅਮਰਿੰਦਰ ਜੀ ਨੇ ਜੋ ਸਾਡੇ ਪੰਜਾਬ ਦੇ ਵਿੱਚ ਡਿਸੀਜਨ ਲੈਣ ਦੀ ਕੋਸ਼ਿਸ਼ ਕੀਤੀ, ਅੱਜ ਸ਼ਾਇਦ ਉਸੇ ਕਰਕੇ ਅਸੀਂ ਓਪੋਜੀਸ਼ਨ ਦੇ ਵਿੱਚ ਬੈਠੇ ਹਾਂ।
ਸ਼ਾਇਦ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸੀਗੇ ਔਰ ਗੁਟਕਾ ਸਾਹਿਬ ਦੀ ਕਸਮਾਂ ਖਾ ਕੇ ਜੋ ਕੈਪਟਨ ਅਮਰਿੰਦਰ ਜੀ ਨੇ ਵਾਅਦੇ ਕੀਤੇ ਸੀ ਉਹ ਕਿਸੇ ਹੱਦ ਤੱਕ ਪੂਰੇ ਨਹੀਂ ਹੋ ਪਾਏ, ਜਿਸ ਕਰਕੇ ਅੱਜ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਇਹ ਡਿਸੀਜਨ ਤੁਸੀਂ ਦਿੱਤਾ। ਉਸ ਸਰਕਾਰ ਦਾ, ਉਸ ਪਾਰਟੀ ਦਾ ਹਿੱਸਾ ਹੋਣ ਦੇ ਨਾਤੇ ਮਹਿਸੂਸ ਕੀ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਿਲ ਨਹੀਂ ਸੀ, ਜਾਂ ਉਹ ਉਸ ਤੋਂ ਪਿਛਲੀ ਸਰਕਾਰ ਨਾਲ ਮਿਲੇ ਹੋਏ ਸੀ? ਨਹੀਂ, ਸਰਕਾਰ ਨੂੰ ਮਿਲੇ ਹੋਣ ਤੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ, ਬਟ ਇੰਨਾ ਜ਼ਰੂਰ ਹੈਗਾ ਸ਼ਾਇਦ ਕੋਸ਼ਿਸ਼ਾਂ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ ਨੇ। ਸ਼ਾਇਦ ਉਹਨਾਂ ਦੀ ਪ੍ਰਾਇੋਰਟਾਈਜੇਸ਼ਨ ਜਿਹੜੀ ਸੀਗੀ ਉਹ ਇਸ ਚੀਜ਼ ਨੂੰ ਲੈ ਕੇ ਇੰਨਾ ਉਹਨਾਂ ਨੂੰ ਲੱਗਿਆ ਨਹੀਂ ਕਿ ਹਾਂ ਮੈਨੂੰ ਇਸ ਉੱਤੇ ਵੀ ਕੰਮ ਕਰਨਾ ਜਿਹੜਾ ਹੈਗਾ ਉਹ ਪ੍ਰਾਇੋਰਟੀ ਬੇਸਿਸ ਤੇ ਕਰਨਾ ਚਾਹੀਦਾ, ਜਿਹਦੇ ਕਰਕੇ ਸ਼ਾਇਦ ਇੰਨਾ ਹੱਦ ਤੱਕ ਲਟਕਦਾ ਰਹੇ। ਬਟ ਗੱਲ ਇੱਥੇ ਕੀਤੀ ਜਾਏਗੀ ਕਿ ਜਿੱਥੇ ਹੁਣ ਪੰਜਾਬ ਸਰਕਾਰ ਨੂੰ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੰਨਾ ਵੱਡਾ ਮੈਂਡੇਟ ਦਿੱਤਾ ਪੰਜਾਬ ਦੇ ਲੋਕਾਂ ਨੇ, ਸਾਨੂੰ ਵੀ ਉਮੀਦ ਸੀਗੀ ਕਿ ਅਗਰ ਅਸੀਂ ਓਪੋਜੀਸ਼ਨ ਦੇ ਵਿੱਚ ਬੈਠੇ ਆ ਕਿ ਜੇ ਪੰਜਾਬ ਸਰਕਾਰ ਇਸ ਉੱਤੇ ਕੰਮ ਕਰਨਾ ਚਾਹੇ ਤੇ ਅਸੀਂ ਪੂਰਾ ਸਮਰਥਨ ਦੇਵਾਂਗੇ, ਅਸੀਂ ਪੂਰਾ ਸਪੋਰਟ ਕਰਾਂਗੇ। ਇਹਨਾਂ ਦੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਜੀ ਉਸ ਟਾਈਮ ਤੇ ਸਿੱਟ ਦੇ ਮੈਂਬਰ ਵੀ ਰਹੇ ਨੇ ਜਦੋਂ ਇਹ ਸਰਕਾਰ ਨਹੀਂ ਸੀ ਬਣੀ, ਔਰ ਉਹ ਆਪਣੀ ਚਾਰਜ ਸ਼ੀਟ ਦੇ ਵਿੱਚ ਕਈ ਸਾਰੀਆਂ ਐਸੀਆਂ ਚੀਜ਼ਾਂ ਵੀ ਦੱਸ ਚੁੱਕੇ ਨੇ ਪੰਜਾਬ ਸਰਕਾਰ ਨੂੰ, ਜਿਹਦੇ ਵਿੱਚ ਅਗਰ ਉਹ ਚਾਹਣ ਉਹ ਕਹਿੰਦੇ ਕਿ ਮੈਂ ਅਕਾਲੀਆਂ ਦੇ ਵਿੱਚ ਜਿਹੜੇ ਲੀਡਰ ਇਸ ਚੀਜ਼ ਦੇ ਵਿੱਚ ਇਨਵੋਲਵ ਨੇ ਮੈਂ ਉਹਨਾਂ ਨੂੰ ਸਾਬਿਤ ਕਰ ਸਕਦਾ, ਮੈਂ ਅੱਗੇ ਲਿਆ ਸਕਦਾ, ਮੈਂ ਇਸ ਤੇ ਚੰਗੇ ਢੰਗ ਨਾਲ ਮੈਂ ਕੰਮ ਕਰ ਸਕਦਾ। ਬਟ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਕਿੱਥੇ ਬਿਠਾਇਆ ਹੋਇਆ ਹੈ, ਕਿੱਥੇ ਕੰਮ ਕਰਨ ਦੇ ਰਹੇ ਨੇ ਉਹਨਾਂ ਨੂੰ ਤੇ ਵਿਧਾਨ ਸਭਾ ਦੇ ਵਿੱਚ ਵੀ ਪ੍ਰੋਪਰ ਢੰਗ ਨਾਲ ਇਸ ਮੁੱਦੇ ਦੇ ਉੱਤੇ ਗੱਲ ਕਰਨ ਲਈ ਉਹਨਾਂ ਨੂੰ ਪਰਮਿਸ਼ਨ ਤੱਕ ਨਹੀਂ ਦਿੱਤੀ ਜਾਂਦੀ। ਔਰ ਅੱਜ ਉਹ ਜਿਸ ਏਰੀਆ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਨੇ, ਅੱਜ ਤੁਸੀਂ ਚਾਹੇ ਮੀਡੀਆ ਦੇਖ ਲਓ, ਕੋਈ ਵੀ ਗੱਲ ਦੇਖ ਲਓ, ਆਮ ਆਦਮੀ ਪਾਰਟੀ ਦੀ ਸਰਕਾਰ ਉਹ ਚਾਹੁੰਦੀ ਨਹੀਂ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੋ ਕਿ ਇੰਨੇ ਹੋਣਹਾਰ ਆਫੀਸਰ ਰਹੇ ਨੇ ਆਪਣੇ ਟਾਈਮ ਤੇ, ਹੁਣ ਸਰਕਾਰ ਦੇ ਵਿੱਚ ਐਮਐਲਏ ਵੀ ਬਣ ਗਏ, ਉਹਨਾਂ ਨੇ ਵੀ ਵਾਅਦਾ ਕੀਤਾ ਸੀਗਾ ਕਿ ਵੈਬਲ ਕਲਾਂ ਦੇ ਉੱਤੇ ਉਹ ਪੂਰਾ ਜੋ ਵੀ ਮਸਲੇ ਹੋਏ ਨੇ, ਜੋ ਇੱਥੇ ਜ਼ਿੰਮੇਵਾਰ ਨੇ ਮੈਂ ਬਾਹਰ ਕੱਢ ਕੇ ਲਿਆਵਾਂਗਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਨਕਾਰਿਆ, ਉਹਨਾਂ ਨੂੰ ਪਿੱਛੇ ਕੀਤਾ, ਉਹਨਾਂ ਨੂੰ ਜਾਣਬੁੱਝ ਕੇ ਇਸ ਦੇ ਉੱਪਰ ਕੰਮ ਕਰਨ ਲਈ ਮਨਾ ਵੀ ਕੀਤਾ। ਸ਼ਾਇਦ ਉਹ ਵੀ ਖੁਦ ਕਈ ਵਾਰੀ ਦੱਸ ਚੁੱਕੇ ਨੇ ਕਿ ਸਰਕਾਰ ਇਹਨਾਂ ਵਿੱਚ ਖੁਦ ਜ਼ਿੰਮੇਵਾਰ ਹੈਗੀ ਹੈ, ਜਿੱਥੇ ਮੈਨੂੰ ਕੰਮ ਕਰਨ ਨਹੀਂ ਦੇ ਰਹੀ। ਉਹ ਜਾਣਦੇ ਨੇ ਸਾਰੀਆਂ ਚੀਜ਼ਾਂ, ਕਿਉਂ ਨਹੀਂ ਦੁਬਾਰਾ ਸਿੱਟ ਦੇ ਵਿੱਚ ਵੀ ਉਹਨਾਂ ਨੂੰ ਵੀ ਬਿਠਾਇਆ ਜਾਂਦਾ, ਹੋਣਹਾਰ ਆਫੀਸਰ ਰਹੇ ਨੇ, ਉਹਨਾਂ ਤੋਂ ਵੀ ਬੈਠ ਕੇ ਬੜੀਆਂ ਐਸੀਆਂ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨੇ ਜਿੱਥੇ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਨੇ। ਆਈ ਥਿੰਕ ਅੱਜ ਦੀ ਤੁਹਾਡੀ ਡਿਬੇਟ ਦੇ ਵਿੱਚ ਅਗਰ ਉਹ ਕੁਝ ਆਪਣਾ ਯੋਗਦਾਨ ਦਿੰਦੇ ਸਾਨੂੰ ਹੋਰ ਵੀ ਵਧੀਆ ਲੱਗਦਾ। ਸ਼ਾਇਦ ਇਹ ਚੈਨਲ ਵਾਲੇ ਉਹਨਾਂ ਨੂੰ ਆਉਣ ਨਹੀਂ ਦੇਣਗੇ ਜਾਂ ਉਹਨਾਂ ਨੂੰ ਅੱਗੇ ਗੱਲ ਨਹੀਂ ਕਰਨ ਦੇਣਗੇ। ਸੋ ਸਰਕਾਰ ਇਹਨਾਂ ਦੀ ਹੈ, ਪ੍ਰਸ਼ਾਸਨ ਇਹਨਾਂ ਦਾ। ਅਗਰ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਆਪਣੇ ਚੈਨਲ ਦੇ ਉੱਤੇ ਸਾਰੇ ਕੱਢ ਕੇ ਲਿਆ ਰਹੇ ਹੋ, ਬੜੇ ਐਸੀ ਚੀਜ਼ਾਂ ਹੈਗੀਆਂ ਜਿਹੜੇ ਇਸ ਲੜਕਾ ਜਿਹੜਾ ਇੱਕ ਬੰਦਾ ਸਾਹਮਣੇ ਇੰਨੇ ਸਿਗਨਲਸ ਦੇ ਰਿਹਾ, ਬਹੁਤ ਕੁਝ ਇੱਥੋਂ ਪਤਾ ਚੱਲ ਸਕਦਾ। ਟੀਨਾ ਜੀ ਸਾਡਾ ਤਾਂ ਸਵਾਲ ਇਹ ਆ, ਕੁੰਵਰ ਵਿਜੇ ਪ੍ਰਤਾਪ ਵੀ ਐਸਆਈਟੀ ਦਾ ਹਿੱਸਾ ਰਹੇ ਆ। ਸਾਡਾ ਤਾਂ ਸਵਾਲ ਇਸ ਤੋਂ ਪਹਿਲਾਂ ਜਿੰਨੀਆਂ ਐਸਆਈਟੀ ਰਹੀਆਂ ਨੇ, ਜਿੰਨੇ ਵੀ ਕਮਿਸ਼ਨ ਰਹੇ ਆ, ਜਿੰਨੇ ਵੀ ਇਨਵੈਸਟੀਗੇਸ਼ਨ ਏਜੰਸੀਜ਼ ਰਹੀਆਂ ਨੇ, ਉਹਨਾਂ ਦੀ ਨਜ਼ਰ ਦੇ ਵਿੱਚ ਇਹ ਚੀਜ਼, ਇਹ ਚਿਹਰਾ, ਇਹ ਹਰਕਤ ਕਿਉਂ ਨਹੀਂ ਆਈ? ਦੈਟ ਇਜ਼ ਬਿਲਕੁਲ ਸਹੀ ਕੁਐਸਚਨ ਹੈਗਾ ਇਹ ਤਾਂ ਸਰ। ਹੁਣ ਉਸ ਟਾਈਮ ਤੇ ਮੈਂ ਤਾਂ ਦੱਸ ਚੁੱਕੀ ਹਾਂ ਕਿ ਕਾਂਗਰਸ ਦੇ ਟਾਈਮ ਤੇ ਸ਼ਾਇਦ ਕੈਪਟਨ ਅਮਰਿੰਦਰ ਅੱਜ ਭਾਜਪਾ ਸਰਕਾਰ ਦੇ ਵਿੱਚ ਚਲੇ ਗਏ ਨੇ। ਦੈਟਸ ਵਾਈ ਮੈਂ ਇਸੇ ਕਰਕੇ ਹੀ ਸਵਾਲ ਕੀਤਾ ਸੀ ਕਿ ਕੇਸ ਨੂੰ ਹੁਣ ਤੱਕ ਸੁਲਝਾਉਣ ਦੀ ਨਹੀਂ, ਸ਼ਾਇਦ ਉਲਝਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਹੋਣਗੀਆਂ। ਮੈਂ ਤਾਂ ਹੀ ਸਵਾਲ ਕੀਤਾ। ਪ੍ਰਾਇੋਰਟੀ ਨਹੀਂ ਦਿੱਤੀ ਗਈ। ਮੈਂ ਨਵਜੋਤ ਜੀ ਪਹਿਲੇ ਦੱਸ ਚੁੱਕੀ ਕਿ ਕੈਪਟਨ ਅਮਰਿੰਦਰ ਨੇ ਇਸ ਮੁੱਦੇ ਦੇ ਉੱਤੇ ਪ੍ਰਾਇੋਰਟੀ ਨਹੀਂ ਦਿੱਤੀ। ਉਹਨਾਂ ਨੂੰ ਲੱਗਿਆ ਕਿ ਉਸ ਟਾਈਮ ਦੇ ਵਿੱਚ ਕਿ ਮੈਨੂੰ ਹੋਰ ਕੰਮਾਂ ਦੇ ਵਿੱਚ ਰੁੱਝੇ ਹੋਣ ਕਰਕੇ ਜਾਂ ਫਿਰ ਆਪਣੇ ਜੋ ਪੰਜਾਬ ਦੇ ਜਿਹੜੇ ਹੋਰ ਮਸਲੇ ਸੀ ਉਹਨਾਂ ਵਿੱਚ ਕੰਮ ਕਰਨ ਕਰਕੇ ਹੋ ਰਿਹਾ, ਪਰ ਇਸ ਚੀਜ਼ ਨੂੰ ਉਹਨਾਂ ਨੇ ਪ੍ਰਾਇੋਰਟੀ ਨਹੀਂ ਦਿੱਤੀ, ਜਿਹਦੇ ਵਿੱਚ ਹੋਣਹਾਰ ਆਫੀਸਰਸ ਜਿਹੜੇ ਹੁਣ ਐਮਐਲਏ ਨੇ ਮੌਜੂਦਾ, ਉਹਨਾਂ ਨੇ ਖਾਸ ਤੌਰ ਤੇ ਕਿਹਾ ਸੀ ਕਿ ਮੈਨੂੰ ਕੰਮ ਕਰਨ ਦੇਣ, ਮੈਂ ਇਸ ਦੇ ਉੱਪਰ ਸਾਰੀ ਜਾਂਚ ਕਰ ਸਕਦਾ, ਬਟ ਉਹਨਾਂ ਨੇ ਪ੍ਰਾਇੋਰਟੀ ਨਹੀਂ ਦਿੱਤੀ। ਉਲਝਾਣਾ ਨਹੀਂ ਉਲਝਾਣਾ ਇਸ ਬਾਰੇ ਤੇ ਉਹ ਚੰਗੇ ਢੰਗ ਨਾਲ ਇਸ ਬਾਰੇ ਜਵਾਬ ਦੇ ਸਕਦੇ ਨੇ। ਅੱਜ ਜੋ ਉਹਨਾਂ ਨੇ ਕੀਤਾ, ਅੱਜ ਕਾਂਗਰਸ ਪਾਰਟੀ ਤਾਂ ਭੁਗਤ ਹੀ ਰਹੀ ਹੈ, ਲੇਕਿਨ ਮੈਂ ਕਹਿਣਾ ਚਾਹਾਂਗੀ ਆਮ ਆਦਮੀ ਪਾਰਟੀ ਕੋਲ, ਤੁਹਾਡੇ ਕੋਲ ਐਸੇ ਨੁਮਾਇੰਦੇ ਨੇ ਜਿਹੜੇ ਤੁਹਾਡੀ ਪਾਰਟੀ ਦੇ ਐਮਐਲਏ ਬਣ ਕੇ ਕੰਮ ਕਰ ਰਹੇ ਨੇ, ਉਹ ਜਾਣਦੇ ਨੇ ਇਸ ਬਾਰੇ ਚੰਗੀ ਤਰ੍ਹਾਂ। ਚਲੋ ਮੈਂ ਉਹਨਾਂ ਨੂੰ ਅੱਗੇ ਲਿਆਓ, ਕੰਮ ਕਰਨ ਦਿੱਤਾ ਜਾਏ। ਨਹੀਂ, ਮੈਂ ਉਹਨਾਂ ਤੋਂ ਜਵਾਬ ਜ਼ਰੂਰ ਲਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਦਵਿੰਦਰ ਸੋਢੀ ਹੋਰਾਂ ਤੋਂ ਪੁੱਛੂੰਗਾ। ਇਹ ਉਹ ਅਕਾਲੀ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਪਲਿੰਟਰ ਗਰੁੱਪ ਹੈ, ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪਾਰਟੀ ਬਣਾਈ, ਅੱਜ ਕੱਲ੍ਹ ਬੀਜੇਪੀ ਦੇ ਅਲਾਈਅੰਸ ਪਾਰਟਨਰ ਨੇ। ਸੋਢੀ ਸਾਹਿਬ, ਅਸਲ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ 8 ਸਾਲ ਬੀਤ ਗਏ ਆ, 3 ਸਰਕਾਰਾਂ, 4 ਮੁੱਖ ਮੰਤਰੀ, ਐਸਆਈਟੀਆਂ, ਜਾਂਚ ਏਜੰਸੀਆਂ, ਕਮਿਸ਼ਨ, ਕਿੰਨਾ ਕੁਝ ਹੀ ਭੁਗਤ ਚੁੱਕਿਆ। ਇਨਸਾਫ ਦੀ ਆਸ ਬਚੀ ਹੈ, ਔਰ ਕੀ ਇਨਸਾਫ ਵਾਲੇ ਪਾਸੇ ਸਰਕਾਰਾਂ, ਪਾਰਟੀਆਂ, ਕਮਿਸ਼ਨ ਤੁਰੇ ਜਾਂ ਨਹੀਂ? ਨਵਜੋਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੈਨਲਿਸਟ ਨੂੰ ਔਰ ਤੁਹਾਨੂੰ ਔਰ ਸਾਰੇ ਜਿੰਨੇ ਤੁਹਾਡੇ ਸਪੋਕਸਮੈਨ ਦੇ ਦਰਸ਼ਕ ਆ ਉਹਨਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੱਲ ਇੱਥੇ ਹੈ ਕਿ ਆਪਣੇ ਆਪ ਨੂੰ ਪੰਥਕ ਅਖਾਉਣ ਵਾਲੇ ਲੋਕ ਜਿਹੜੇ ਅੱਜ ਫਿਰ ਚੀਕਾਂ ਮਾਰ-ਮਾਰ ਕੇ ਪੰਥ ਦੇ ਦਰਦੀ ਬਣਨ ਦਾ ਅਹਿਸਾਸ ਕਰਾ ਰਹੇ ਆ, ਚੀਕਾਂ ਮਾਰ-ਮਾਰ ਕੇ ਪਾਰਲੀਮੈਂਟ 'ਚ ਵੀ ਕਹਿ ਰਹੇ ਆ ਬੰਦੀ ਸਿੰਘ ਫਲਾਨਾ ਬੇਅਦਬੀ ਕਾਂਡ ਆ ਜੋ ਸਾਰਾ ਕੁਝ ਗੱਲਾਂ ਕਰ ਰਹੇ ਆ ਜੀ। ਉਹਨਾਂ ਲੋਕਾਂ ਨੇ ਇੱਕ ਸੌਦਾ ਸਾਧ ਨੂੰ ਖੁਸ਼ ਕਰਨ ਦੇ ਲਈ, ਵੋਟਾਂ ਦੀ ਰਾਜਨੀਤੀ ਕਰਨ ਦੇ ਲਈ ਇਹ ਸਾਰਾ ਕੁਝ ਕਾਂਡ ਜਿਹੜਾ ਵਾਪਰਿਆ। ਅਸੀਂ ਤਾਂ ਡੇ 1 ਤੋਂ ਹੀ ਇਹ ਗੱਲ ਕਹਿ ਰਹੇ ਹਾਂ ਕਿ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ, ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਔਰ ਇਹ ਸਾਰੇ ਲੋਕਾਂ ਨੇ ਰਲ ਮਿਲ ਕੇ ਜਿਹੜਾ ਇਹ ਸਿੱਖਾਂ ਨੂੰ ਸ਼ਹੀਦ ਕੀਤਾ ਔਰ ਇਹ ਬੇਅਦਬੀਆਂ ਦੇ ਪਿੱਛੇ ਲੋਕ ਦੋਸ਼ੀ ਹੈ ਜੀ। ਥੋੜਾ ਜਿਹਾ ਜਾਈਏ ਕਿ ਸੱਚੇ ਸੌਦੇ ਉਹ ਸਾਧ ਨੇ ਇੱਕ ਫਿਲਮ ਬਣਾਈ, ਉਹਦੇ ਤੇ ਰੋਕ ਲਾਈ, ਸਿੱਖਾਂ ਨੇ ਕਿਹਾ ਚੱਲਣ ਨਹੀਂ ਦੇਣਾ। ਉਹਦੇ ਲਈ ਸੁਖਬੀਰ ਦਾ ਉਹਦੇ ਨਾਲ ਸਮਝੌਤਾ ਹੋਇਆ, ਸੌਦਾ ਹੋਇਆ। ਕਿਵੇਂ ਹੋਇਆ ਕਿ ਉਹ ਫਿਲਮ ਉਹਨੇ ਕਿਹਾ ਮੈਂ ਚੁਟਕੀ ਮਾਰ ਕੇ ਕਿਹਾ ਮੇਰਾ ਤਾਂ 2 ਮਿੰਟ ਦਾ ਕੰਮ ਹੈ, ਮੈਂ ਚਲਵਾ ਦਾਂਗਾ। ਪ੍ਰੇਮੀਆਂ ਨੇ ਧਮਕੀ ਦਿੱਤੀ, ਪੰਥਕ ਸਰਕਾਰ ਆਪਣੇ ਆਪ ਨੂੰ ਕਹਾਉਣ ਵਾਲਿਆ, ਪੰਥਕ ਹੈ ਨਹੀਂ ਸੀ ਪਰ ਉਹ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਪੰਥਕ ਆ, ਤਾਂ ਉਹਨਾਂ ਨੇ ਧਮਕੀ ਜੇ ਸਾਡੀ ਫਿਲਮ ਨਹੀਂ ਚੱਲਣ ਦਿੱਤੀ ਸਾਡੇ ਬਾਬੇ ਦੀ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਉਹਦੀ ਬੇਅਦਬੀ ਕਰਾਂਗੇ, ਉਹਨੂੰ ਗਲੀਆਂ ਦੇ ਵਿੱਚ ਰੋਲਾਂਗੇ। ਔਰ ਇੱਕ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ, ਉਹਦੇ ਤੇ ਕੋਈ ਕਾਰਵਾਈ ਨਾ ਹੋਣੀ। ਜੇ ਪੰਥਕ ਸਰਕਾਰ ਸੀ, ਜੇ ਸਰਕਾਰ ਉੱਥੇ ਹੀ ਇਸ ਗੱਲ ਨੂੰ ਸਾਂਭ ਲੈਂਦੀ ਤਾਂ ਸ਼ਾਇਦ ਇੱਥੋਂ ਤੱਕ ਘਟਨਾ ਨਹੀਂ ਸੀ ਜਾਣੀ। ਔਰ ਉਸ ਅੰਗ ਉਹਦੇ ਗਲੀਆਂ ਵਿੱਚ ਖਿਲਾਰਨੇ ਔਰ ਸੌਦਾ ਸਾਧ ਵੱਲੋਂ ਉਹਨਾਂ ਦੇ ਪ੍ਰੇਮੀਆਂ ਵੱਲੋਂ ਲਲਕਾਰ ਕੇ ਸਿੱਖਾਂ ਨੂੰ ਕਹਿਣਾ, ਪੋਸਟਰ ਤੱਕ ਲੱਗਣੇ ਕਿ ਅਸੀਂ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ, ਸਾਡੇ ਕੋਲ ਆ, ਦੱਸੋ ਕੀ ਕਰਨਾ। ਔਰ ਆਪਾਂ ਇੱਥੇ ਸਵਾਲ ਕਰ ਰਹੇ ਕਨੈਕਟ ਹੈਗਾ ਬਾਈ ਜੀ, ਮੇਰਾ ਸਵਾਲ ਹੈ ਜੀ। ਪੁਲਿਸ ਪ੍ਰਸ਼ਾਸਨ ਔਰ ਇਹ ਸਾਰੇ ਲੋਕ ਦੋਸ਼ੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਬਚਾਉਣ ਲਈ ਸਮੇਤ ਸੈਣੀ ਜੋ ਸਿੱਖਾਂ ਦਾ ਕਾਤਲ ਹੈ, ਨੌਜਵਾਨਾਂ ਦਾ ਕਾਤਲ ਹੈ, ਉਹੋ ਜਿਹੇ ਲੋਕਾਂ ਤੋਂ ਸਾਨੂੰ ਸਿੱਖਾਂ ਨੂੰ ਆਸ ਕਿੱਥੇ ਵੱਧ ਸਕਦੀ ਸੀ ਕਿ ਉਹੋ ਜਿਹੇ ਲੋਕ ਨੂੰ ਡੀਜੀਪੀ ਲਾਉਣਾ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਸੜ ਤੇ ਪਿਓ ਦਾ ਕਾਤਲ, ਹਜ਼ਾਰਾਂ ਸਿੱਖਾਂ ਦਾ ਕਾਤਲ, ਉਹ ਜਿਹੜੇ ਕਿ ਸਿੱਖਾਂ ਨੂੰ ਟਰੈਕਟਰਾਂ ਦੇ ਮਗਰ ਪਾ ਕੇ ਦੋ ਪਾਸੇ ਮਤਲਬ ਜਿਵੇਂ ਐ ਕੋਈ ਲੱਕੜ ਚੀਰੀ ਦੀ ਐਵੇਂ ਉਹਨੇ ਸਿੱਖ ਨੌਜਵਾਨਾਂ ਨੂੰ ਚੀਰਿਆ ਹੋਵੇ, ਤਾਂ ਉਹ ਸਿੱਖਾਂ ਨੂੰ ਆਸ ਨਹੀਂ ਸੀ ਹੋ ਸਕਦੀ। ਇਹ ਜਿਹੜੀ ਬੇਅਦਬੀ ਪਿੱਛੇ ਅਸੀਂ ਤਾਂ ਕਹਿੰਦੇ ਉਹ ਸਰਕਾਰ ਦੇ ਲੋਕ ਜੋ ਸੁਖਬੀਰ ਸਿੰਘ ਬਾਦਲ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਔਰ ਇਹਦੀ ਜੁੰਡਲੀ ਆ। ਉਸ ਤੋਂ ਬਾਅਦ ਗੱਲ ਆਈ ਕਾਂਗਰਸ ਸਰਕਾਰ ਦੀ। ਕਾਂਗਰਸ ਸਰਕਾਰ ਨੇ ਕਿਹਾ ਕਿ ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾਦੀ, ਨਸ਼ੇ ਖਤਮ ਕਰਾਂਗਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਪਰ ਸਿੱਖਾਂ ਦੇ ਹਜ਼ਾਰਾਂ ਸਿੱਖਾਂ ਦੀ ਕਾਤਲ ਹੈ ਕਾਂਗਰਸ। ਹਜ਼ਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ 84 ਦੇ ਵਿੱਚ ਅਗਨ ਭੇਟ ਵੀ ਕੀਤੇ ਆ, ਗੋਲੀਆਂ ਮਾਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਸਿੱਧੀਆਂ ਗੋਲੀਆਂ ਮਾਰੀਆਂ। ਉਹਨਾਂ ਦਾ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਅੱਗੇ ਗੱਲ ਆਪਾਂ ਆਮ ਆਦਮੀ ਪਾਰਟੀ ਨੇ ਵੀ ਐਵੇਂ ਇੱਕ ਛਲਾਵਾ ਦਿੱਤਾ ਕਿ ਬਦਲਾਅ ਆਏਗਾ, ਬਦਲਾਅ ਦੀ ਰਾਜਨੀਤੀ ਹੋਏਗੀ, ਅਸੀਂ ਆਹ ਕਰਾਂਗੇ, ਉਹ ਕਰਾਂਗੇ, ਐ ਕਰ ਦਿਆਂਗੇ, ਨਸ਼ੇ ਖਤਮ ਕਰ ਦਿਆਂਗੇ, ਬੇਅਦਬੀ ਦਾ ਇਨਸਾਫ ਮਿੰਟਾਂ 'ਚ ਹੋਏਗਾ। ਪਰ ਉਹ ਵੀ ਉਸੇ ਰਾਹ ਤੇ ਚੱਲਦੀ ਹੋਈ, ਦਿੱਲੀ ਦੇ ਹਾਕਮਾਂ ਦੇ ਰਾਹ ਤੇ ਚੱਲਦੀ ਹੋਈ। ਸਿੱਖ ਇੱਕ ਘੱਟ ਗਿਣਤੀ ਕੌਮ ਹੈ, ਇਸ ਲਈ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲੇਗਾ। ਵਿਜੇ ਕੰਵਰ ਪ੍ਰਤਾਪ ਸਿੰਘ ਜਿਹੜਾ ਉਦੋਂ ਇੱਕ IGC ਜਾਂਚ ਕਰ ਰਿਹਾ ਸੀ, ਉਹਨੇ ਅਸਤੀਫਾ ਦਿੱਤਾ, ਉਹ MLA ਬਣਿਆ। ਲੋਕਾਂ ਨੂੰ ਲੱਗਦਾ ਸੀ, ਪੰਜਾਬ ਦੇ ਲੋਕਾਂ ਨੂੰ, ਕਿ ਹੁਣ ਸ਼ਾਇਦ ਇਨਸਾਫ ਮਿਲੇਗਾ, ਕਿ ਵਿਜੇ ਕੰਵਰ ਪ੍ਰਤਾਪ ਨੂੰ ਕੋਈ ਚੰਗਾ ਵਿਭਾਗ ਦਿੱਤਾ ਜਾਏਗਾ, ਗ੍ਰਹਿ ਵਿਭਾਗ ਜਾਏਗਾ, ਸ਼ਾਇਦ ਸਿੱਖਾਂ ਨੂੰ ਇਨਸਾਫ ਮਿਲ ਜਾਵੇ। ਪਰ ਵਿਜੇ ਕੰਵਰ ਪ੍ਰਤਾਪ ਸਿੰਘ ਨੂੰ ਪੁੱਛਣਾ ਹੀ ਨਾ, ਉਹਨੂੰ ਚੁੱਪ ਕਰਕੇ, ਇੰਨਾ ਪੜ੍ਹਿਆ ਲਿਖਿਆ ਆਦਮੀ ਜਿਹੜਾ, ਉਹਨੂੰ ਕਿਸੇ ਮੰਤਰੀ ਮੰਡਲ 'ਚ ਨਾ ਲਿਆਉਣਾ, ਉਹਦੀ ਕਿਤੇ ਥਾਂ ਨਾ ਦੇਣਾ। ਔਰ ਬਲਕਿ ਜਦੋਂ ਵਿਧਾਨ ਸਭਾ ਹੁੰਦੀ ਸੀ ਉਹ ਚੀਕ ਕੇ ਕਹਿੰਦਾ ਸੀ ਕਿ ਸਭ ਤੋਂ ਅਹਿਮ ਮਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਔਰ ਉਹਨੂੰ ਚੁੱਪ ਬਿਠਾਉਣਾ। ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਸਾਰੇ ਉਸੇ ਰਾਹ ਹੀ ਚੱਲੇ ਹੋਏ, ਜਿਵੇਂ ਚਾਂਦੀ ਸਾਹਿਬ ਨੇ ਕਿਹਾ ਕਿ ਵੋਟਾਂ ਦੀ ਰਾਜਨੀਤੀ ਹੈ, ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਨਾਂ ਨੂੰ ਵੀ, ਕਿਉਂਕਿ ਜਿਹੜਾ ਕੇਜਰੀਵਾਲ ਹੈ, ਕੇਜਰੀਵਾਲ ਬਾਬੇ ਸਰਸੇ ਵਾਲੇ ਕੋਲੇ ਜਾਂਦਾ, ਨਿਰੰਕਾਰੀ ਕੋਲੇ ਜਾਂਦਾ, ਜਿਹੜੇ ਸਿੱਖਾਂ ਦੇ ਦੁਸ਼ਮਣ ਉਹਨਾਂ ਕੋਲੇ ਜਾਂਦਾ ਸੀ। ਔਰ ਕੇਜਰੀਵਾਲ ਨੇ ਇੱਕ ਵਾਰੀ ਇਹ ਗੱਲ ਵੀ ਕਹੀ ਹੈ ਕਿ ਜਿਹੜਾ ਚੋਣ ਨਿਸ਼ਾਨ ਝਾੜੂ ਆ ਉਹ ਤਾਂ ਸਾਨੂੰ ਪਿਤਾ ਜੀ ਨੇ ਕਿਹਾ ਕਿ ਤੁਸੀਂ ਇਹ ਲੈਣਾ ਹੈ, ਤੇ ਤੁਸੀਂ ਉੱਥੋਂ ਨਵਜੋਤ ਜੀ ਇਹਨਾਂ ਤੋਂ ਕਿੱਥੋਂ ਇਨਸਾਫ ਦੀ ਆਸ ਕਰ ਸਕਦੇ ਹੋ? ਇਹਨਾਂ ਨੇ ਤਾਂ ਬੀਜੇਪੀ ਵਾਲੇ ਕਿਹੜਾ ਨਹੀਂ ਜਾਂਦੇ, ਬੀਜੇਪੀ ਵਾਲੇ ਕਿਹੜਾ ਨਹੀਂ ਜਾਂਦੇ ਛੋਟੀ ਸਾਹਿਬ, ਬੀਜੇਪੀ ਵਾਲੇ ਵੀ ਤਾਂ ਜਾਂਦੇ ਆ। ਵਾਲੇ ਲੋਕਾਂ ਨੂੰ ਡਿਬਰੂਗੜ੍ਹ ਬਿਠਾ ਦਿੱਤਾ, ਲਿਜਾ ਕੇ ਬਿਨਾਂ ਕਿਸੇ ਕਾਰਨ ਤੋਂ ਫੜ ਕੇ ਜਾ ਕੇ ਡਿਬਰੂਗੜ੍ਹ ਜੇਲ੍ਹਾਂ 'ਚ ਬੰਦ ਕਰ ਦਿੱਤੇ, NSL ਲਾ ਦਿੱਤੀਆਂ। ਇਸ ਸਾਰੇ ਲੋਕ ਜਿਹੜੇ ਦਿੱਲੀ ਤੋਂ ਚੱਲਦੇ ਆ, ਦਿੱਲੀ ਦੇ ਆਕਾ। ਤੁਹਾਡੀ ਸਾਰਿਆਂ ਨੇ ਸੁਖਰਾਜ ਜੀ ਨੇ ਸਾਰਿਆਂ ਦੀ ਗੱਲ ਸੁਣੀ ਹੈ। ਮੈਂ ਸੁਖਰਾਜ ਜੀ ਤੋਂ ਪੁੱਛਣਾ ਚਾਹੁੰਦਾ, ਸੁਖਰਾਜ ਜੀ, ਜਿਸ ਥਿਊਰੀ ਦੇ ਉੱਤੇ
ਅਸੀਂ ਆਪਣੇ ਲੈਵਲ ਦੇ ਉੱਤੇ ਇਸ ਕੇਸ ਨੂੰ ਸਟੱਡੀ ਕੀਤਾ, ਇਨਵੈਸਟੀਗੇਟ ਕੀਤਾ ਕਿ ਹੁਣ ਤੱਕ ਜਿੰਨੀਆਂ ਏਜੰਸੀਜ਼ ਰਹੀਆਂ ਨੇ, ਕਮਿਸ਼ਨ ਬਣਿਆ, ਸਰਕਾਰਾਂ ਆਈਆਂ, ਐਸਐਸਪੀ ਆਏ, ਕੀ ਕਿਸੇ ਨੇ ਇਸ ਕੇਸ ਨੂੰ ਇਸ ਤਰੀਕੇ ਨਾਲ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ? ਤੇ ਦੂਜਾ ਸਵਾਲ ਕਿ ਇਸ ਨੂੰ ਜਾਣਬੁੱਝ ਕੇ ਇਗਨੋਰ ਕਰਕੇ ਉੱਥੇ ਪਾਠ ਕਰ ਰਹੀ ਸੰਗਤ ਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਸਾਰਿਆਂ ਦੇ ਬਿਆਨ ਸੁਣੇ ਆ, ਸਾਰਿਆਂ ਦੇ ਮਤਲਬ ਜੀ ਰਾਜਨੀਤਿਕ ਤੌਰ ਤੇ ਆਪਾਂ ਗੱਲ ਕਰੀਏ, ਇਹ ਰਾਜਨੀਤੀ ਹੈ ਵਿੱਚ, ਹੋਰ ਕੁਝ ਨਹੀਂ ਰਿਹਾ ਜੀ। ਜਿੰਨਾ ਕੇਸ ਇਹਨਾਂ ਪੋਲੀਟੀਕਲ ਲੋਕਾਂ ਨੇ ਉਲਝਾਇਆ ਏਦਾਂ ਆਪਣੀਆਂ ਦਗਮੇ ਮਾਰ ਕੇ, ਅਸੀਂ ਐਂ ਕਰ ਦਿੰਦੇ, ਫਲਾਨਾ ਐ, ਢੌਂਕਾ ਐ, ਇਹ ਸਭ ਬੇਬੁਨਿਆਦ ਤੇ ਗੱਲਾਂ, ਕੀਤਾ ਕੱਖ ਨਹੀਂ ਕਿਸੇ ਨੇ। ਇਹਦੇ ਚ ਇਹ ਕੋਈ ਮੰਨਣ ਨੂੰ ਤਿਆਰ ਨਹੀਂ ਹੈਗੇ ਜੀ। ਹੁਣੇ ਮੈਂ ਭਾਜਪਾ ਦੇ ਬੁਲਾਰੇ ਦੀ ਗੱਲ ਸੁਣ ਰਿਹਾ ਸੀਗਾ, ਜਿਹੜੇ ਮੈਨੂੰ ਲੱਗਦਾ ਰੀਸੈਂਟਲੀ ਭਾਜਪਾ ਦੇ ਸੀਗੇ, ਮੈਨੂੰ ਸ਼ੋਰ ਕਰ ਦਿਓ ਥੋੜਾ ਜਿਹਾ। ਜੀ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ। ਹੁਣ ਤਾਂ ਸਰਸੇ ਵਾਲਾ ਮਾੜਾ ਲੱਗ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਕਾਂਡ ਹੋਇਆ, ਪਰ ਵਾਰ-ਵਾਰ ਪੈਰੋਲ ਤੇ ਆ ਰਿਹਾ, ਸੈਂਟਰ ਸਰਕਾਰ ਲੈ ਕੇ ਆ ਰਹੀ ਹੈ, ਹਰਿਆਣੇ ਦੇ ਵਿੱਚ ਤੁਹਾਡੀ ਸਰਕਾਰ ਆ, ਉਹ ਬਲਾਤਕਾਰ ਦੇ ਕੇਸ ਚੋਂ ਬਾਹਰ ਆ ਰਿਹਾ ਹੈ। ਜੇ ਐਡੀ ਹਮਦਰਦੀ ਆ ਸਿੱਖਾਂ ਦੀ, ਚੱਕੋ ਕੇਸ, ਇਹ ਕਿਹੜਾ ਕੋਈ ਨਿੱਕਾ ਕੇਸ ਹੈ? ਕਰੋ ਉਹਨੂੰ ਬੇਅਦਬੀ ਦੇ ਅੰਦਰ, ਕਰੋ ਉਹਨੂੰ ਬੇਅਦਬੀ ਦੇ ਉੱਤੇ ਨੋਮੀਨੇਟ ਤੇ ਲਿਆਓ ਉਹਨੂੰ। ਇੱਥੇ ਕੋਈ ਰਾਈਟ ਲੈਣ ਦੀ ਤਾਂ ਲੋੜ ਹੀ ਨਹੀਂ, ਤੁਹਾਡੇ ਪਾਵਰ ਹੈ, ਤੁਹਾਡੇ ਕੋਲੇ ਸੈਂਟਰ 'ਚ ਬੈਠੇ ਹੋ। ਦੂਜੀ ਕਾਂਗਰਸ ਦੀ ਗੱਲ, ਉਹਨਾਂ ਨੇ ਕਿਹਾ ਕਿ ਕੰਵਰ ਵਿਜੇ ਪ੍ਰਤਾਪ ਹੋਣੀ ਇਹਨਾਂ ਦੀ ਪਾਰਟੀ 'ਚ ਬੈਠੇ ਆ। ਮੈਂ ਇੱਥੇ ਵੀ ਲੈ ਕੇ ਆਊਂਗਾ ਗੱਲ ਮੌਜੂਦਾ ਸਰਕਾਰ ਤੇ ਵੀ। ਕੰਵਰ ਵਿਜੇ ਪ੍ਰਤਾਪ ਹੋਣਾ ਦੀ ਸੈੱਟ ਤੇ ਤਾਂ ਤੁਸੀਂ ਸਵਾਲ ਚੱਕੀ ਜਾਂਦੇ ਹੋ। ਡਿਬੇਟ ਦਾ ਮੁੱਦਾ ਹੀ ਮੈਨੂੰ ਲੱਗਦਾ ਉਹ ਆ, ਕਿਉਂਕਿ ਅੱਜ ਵਾਲੀ ਜਾਂਚ ਜਿਹੜੀ ਕਰੀ ਜਾਂਦੀ ਹੈ ਤਾਂ ਸੈੱਟ ਪ੍ਰੈਜ਼ੈਂਟ ਬੈਠੀ ਆ। ਜਿਹੜੀ ਪੁਰਾਣੀ ਸੈੱਟ ਆ, ਜਿਹੜੀ ਕਾਂਗਰਸ ਵੇਲੇ ਤੋਂ ਚੱਲੀ ਸੀ, ਉਹ ਕੰਵਰ ਵਿਜੇ ਪ੍ਰਤਾਪ ਹੋਣਾ ਦੀ ਸੀ। ਸੋ ਉਹ ਫਿਰ ਉਹੀ ਰਾਜਨੀਤੀ ਆ ਗਈ ਵੀ ਮੈਡਮ ਰਾਜਨੀਤੀ ਕਰੀ ਜਾਂਦੇ ਆ। ਮਤਲਬ ਗੱਲ ਇਹ ਆ ਵੀ ਜਿਹੜੀ ਗੱਲ ਦਾ ਫੌਂਸਰ ਹੀ ਨਹੀਂ ਪਤਾ ਵੀ ਅੱਜ ਕੰਵਰ ਵਿਜੇ ਪ੍ਰਤਾਪ ਕੀ ਕਰ ਦੇਣਗੇ। ਉਹ ਤਾਂ ਰਿਜ਼ਾਈਨ ਦੇ ਕੇ IPS ਤੋਂ ਪਾਸੇ ਹਟ ਕੇ ਇੱਕ MLA ਬਣ ਕੇ ਅੱਜ ਬੈਠੇ ਨੇ। ਜਦੋਂ ਉਹ ਜਾਂਚ ਕਰ ਰਹੇ ਸੀ ਉਦੋਂ ਕਿਉਂ ਨਹੀਂ ਕੀਤਾ ਗਿਆ? ਗੱਲ ਤਾਂ ਇੱਥੇ ਇਹ ਆਉਂਦੀ ਆ ਵੀ ਉਹ ਜਾਂਚ ਤੇ ਸਵਾਲ ਤੁਸੀਂ ਕਰ ਰਹੇ ਹੋ ਪਿਛਲੀ ਤੇ, ਮੌਜੂਦਾ ਤੇ ਤਾਂ ਤੁਸੀਂ ਖੁਲਾਸੇ ਕਰੀ ਜਾਂਦੇ ਹੋ। ਕੱਲ ਮੌਜੂਦਾ ਵਾਲੇ ਵੀ ਨਹੀਂ ਕੀਤੀ ਗੱਲ, ਇਹ ਮੌਜੂਦਾ ਵਾਲਿਆਂ ਨੇ ਵੀ ਨਹੀਂ ਕੀਤੀ। ਜਿਹੜੀ ਤਾੜਨਾ ਕਰਨੀ ਬਣਦੀ ਆ ਉਹ ਨਵੀਂ ਸਰਕਾਰ ਨਵਿਆਂ ਨੂੰ ਕਰੇ ਜੀ, ਕਿਉਂਕਿ ਟੋਟਲ 8.5-9 ਸਾਲ ਦਾ ਸਮਾਂ ਹੋ ਗਿਆ। ਆਪਾਂ ਡਿਬੇਟਾਂ ਤੇ ਕਿੰਨੇ ਵਾਰੀ ਨਵਜੋਤ ਜੀ ਬੈਠ ਚੁੱਕੇ ਆ। ਇਹਨਾਂ ਲੋਕਾਂ ਦੇ ਸਿਰਫ ਬਿਆਨ ਹੁੰਦੇ ਆ, ਅਸੀਂ ਐਂ ਹੋ ਸਕਦਾ ਸੀ, ਫਲਾਨਾ ਰਲ ਗਿਆ, ਕਿਉਂ? ਪਰ ਬਈ ਮੈਨੂੰ ਇਹ ਤਾਂ ਦੱਸੋ, ਤੁਸੀਂ ਵੋਟਾਂ ਲੈਣ ਵੇਲੇ ਕਿਉਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਆਉਂਦੇ ਹੋ? ਹੁਣ ਵਾਲੇ 24 ਘੰਟੇ ਦਾ ਕਹਿ ਕੇ ਆਏ, ਪਿਛਲਿਆਂ ਨੇ 2 ਮਹੀਨਿਆਂ ਦਾ ਕਿਹਾ ਸੀ ਇਨਸਾਫ ਕਰਨ ਦੀ ਗੱਲ, 2 ਮਹੀਨਿਆਂ 'ਚ ਚਿੱਟੇ ਦਾ ਲੱਕ ਤੋੜ ਦਿਆਂਗੇ, ਗੁਟਕਾ ਸਾਹਿਬ ਹੱਥ 'ਚ ਫੜ ਕੇ ਬੇਅਦਬੀ ਦਾ ਇਨਸਾਫ ਕਰ ਦਿਆਂਗੇ। 4.5 ਸਾਲ, ਪੌਣੇ 5 ਸਾਲ ਕੱਢ ਲਏ, 3 ਮਹੀਨੇ ਚੰਨੀ ਹੋਣਾ ਨੇ ਕੱਢ ਲਏ, 1.5 ਪੌਣੇ 2 ਸਾਲ ਇਹਨਾਂ ਨੂੰ ਹੋ ਗਿਆ, 1.5 ਸਾਲ ਪਿੱਛੇ ਪਿਛਲੀ ਬਾਦਲ ਸਰਕਾਰ ਨੂੰ ਹੋ ਗਿਆ, ਜਿਨ੍ਹਾਂ ਦੇ ਰਾਹ 'ਚ ਹੋਇਆ ਸਾਰਾ ਕੁਝ। ਸੋ ਇਹ ਆਪਾਂ ਜੇ ਰਾਜਨੀਤੀ ਤੋਂ ਹਟ ਕੇ ਜੇ ਸਿੱਖ ਇੱਕ ਗੱਲ ਕਰੀਏ, ਸਾਰੇ ਇਸ ਗੱਲ ਦੇ ਨਾਲ ਚਿੰਤਤ ਆ। ਸਾਡੇ ਘਰਾਂ ਦੇ ਚਿਰਾਗ ਸਰਕਾਰ ਦੀ ਗੋਲੀ ਨਾਲ ਬੁਝਾਏ ਗਏ ਆ ਜੀ। ਸਾਡੇ ਘਰਾਂ ਦੇ ਵਿੱਚ ਮਾਤਮ ਸਰਕਾਰ ਦੀ ਗੋਲੀ ਨਾਲ ਛਾਇਆ। ਇੱਕ ਸਰਕਾਰੀ ਅੱਤਵਾਦ ਨੇ ਸਾਡੇ ਗੋਲੀਆਂ ਮਾਰੀਆਂ। ਤਾਂ ਉਸ ਅੱਤਵਾਦ ਨੂੰ ਠੱਲ ਪਾਉਣ ਦੇ ਲਈ ਕੀ ਅਸੀਂ ਹੰਭਲਾ ਮਾਰਿਆ? ਨਹੀਂ, ਅਸੀਂ ਸਿਰਫ ਗੱਲਾਂ ਕਰ ਰਹੇ ਹਾਂ। 2 ਸਾਲ ਤੋਂ ਅਸੀਂ ਸੜਕ ਤੇ ਬੈਠੇ ਹੀ ਮੰਗ ਕਰ ਰਹੇ ਹਾਂ ਵੀ ਜਾਂਚ ਤਾਂ ਪੂਰੀ ਕਰੋ, ਕੇਸ ਤਾਂ ਅੱਗੇ ਫੇਰ ਚੱਲੂ, ਜਾਂਚ ਤਾਂ ਪੂਰੀ ਕਰੋ। ਸਾਡਾ ਸੁਖਰਾਜ ਜੀ, ਅਸੀਂ ਥੋੜੀ ਜਿਹੀ ਕੋਸ਼ਿਸ਼ ਕੀਤੀ ਆਪਣੇ ਪੱਧਰ ਦੇ ਉੱਤੇ ਕਿ ਗੱਲ ਥੋੜੀ ਜਿਹੀ ਅਗਾਂਹ ਤਾਂ ਤੁਰੇ ਨਾ। ਹੁਣ ਤੱਕ ਤਾਂ ਮਹਿਜ਼ 8 ਸਾਲ ਤੋਂ ਬਿਆਨਬਾਜ਼ੀਆਂ ਹੋ ਰਹੀਆਂ ਨੇ, ਸਿੱਟ ਬਦਲੀ ਜਾਂਦੀ ਹੈ, ਅਫਸਰ ਬਦਲੇ ਜਾਂਦੇ ਆ, ਸਾਰਾ ਕੁਝ ਹੋ ਜਾਂਦਾ ਹੈ। ਮੈਂ ਇਹ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਇਹ ਬੰਦਾ ਬਾਹਰ ਲਿਆਂਦਾ, ਇਹਨੂੰ ਮਾਰਕ ਕੀਤਾ, ਆਇਡੈਂਟੀਫਾਈ ਕੀਤਾ ਹੈ, ਕਿਤੇ ਕੱਲ ਨੂੰ ਇਸ ਤਰੀਕੇ ਨਾਲ ਬਦਨਾਮ ਤਾਂ ਨਹੀਂ ਕੀਤਾ ਜਾਊਗਾ ਵੀ ਦੇਖੋ ਪਹਿਲਾਂ ਇਹ ਬੰਦਾ ਉੱਥੇ ਵੈਪਨ ਲੈ ਕੇ ਘੁੰਮ ਰਿਹਾ ਸੀ ਇਸ ਬੰਦੇ ਨੇ? ਕਿਉਂਕਿ ਪਹਿਲਾਂ ਲਾਠੀ ਚਾਰਜ ਕਰਨ ਵਾਲਾ ਵੀ ਇਹ ਹੈ ਪੁਲਿਸ ਦੇ ਉੱਤੇ, ਪੁਲਿਸ ਦੀ ਕੁੱਟ ਕਰਨ ਵਾਲਾ ਵੀ ਇਹ ਬੰਦਾ, ਜਿਹੜਾ ਕਿਤੇ ਪੁਲਿਸ ਦੇ ਨੇੜੇ ਤੇੜੇ ਘੁੰਮਦਾ ਦਿਖਦਾ, ਜਿਹਨੂੰ ਕੋਈ ਸਵਾਲ ਨਹੀਂ ਕੀਤਾ। ਪੁਲਿਸ ਚਾਹੇ ਸਿਵਲ ਚ ਜੀ, ਜਿਹੜਾ ਬੰਦਾ ਗੁਨਾਹਗਾਰ ਆ, ਲੋਕ ਉੱਥੇ ਪੀਸਫੁਲ ਬੈਠੇ ਆ ਬੇਅਦਬੀ ਦੇ ਰੋਸ ਵਜੋਂ ਜੀ। ਕੋਈ ਉੱਥੇ ਸਟੇਟ ਵਾਰ ਨਹੀਂ ਲੱਗੀ ਹੋਈ ਜੀ, ਕੋਈ ਉੱਥੇ ਦੇਸ਼ ਦੀ ਜੰਗ ਨਹੀਂ ਲੱਗੀ ਹੋਈ। ਲੋਕ ਆਪਣਾ ਰੋਹ ਕਰਵਾ ਰਹੇ ਆ ਕਿ ਸਾਡੇ ਗੁਰੂ ਪਿਤਾ ਦੀ ਬੇਅਦਬੀ ਹੋ ਗਈ, ਅੰਗ ਗਲੀਆਂ 'ਚ ਖਿਲਾਰੇ ਗਿਆ, ਫਲਾਣੇ ਬੰਦਿਆਂ ਨੇ ਖਿਲਾਰੇ ਆ, ਉਹਨਾਂ ਤੇ ਕਾਰਵਾਈ ਕਰੋ। ਤੇ ਉੱਥੇ ਇਹ ਸਿਵਲ ਦੇ ਵਿੱਚ ਬੰਦਾ, ਜਿਵੇਂ ਤੁਸੀਂ ਵੀਡੀਓ ਦਿਖਾਇਆ, ਦੇਖਿਆ ਆਪਾਂ ਸਾਰਿਆਂ ਨੇ, ਉਹਦੇ ਵਿੱਚ ਆ ਕੇ ਬੰਦਾ ਉਕਸਾ ਰਿਹਾ। ਉਹ ਚਾਹੇ ਹੁਣ ਇਹ 'ਚ ਹੁਣ ਆਇਡੈਂਟੀਫਾਈ ਕਰਨਾ ਤਾਂ ਸੱਟ ਦਾ ਕੰਮ ਹੈ ਨਾ, ਚਾਹੇ ਮੌਜੂਦਾ ਚਾਹੇ ਪਿਛਲੀ ਹੈ। ਇਹਦੇ ਵਿੱਚ ਤਾਂ ਬਹੁਤ ਸਾਰੀਆਂ ਹਜੇ ਤੱਥ ਏਦਾਂ ਦੇ ਲੋਕ ਆ, ਕਿਉਂਕਿ ਇੰਨੀ ਪੁਲਿਸ CCTV ਦੇ ਵਿੱਚ ਕੈਦ ਵੀ ਆ, ਸਾਰਾ ਕੁਝ ਸਾਹਮਣੇ ਵੀ ਆ, ਤੇ FIR ਅਣਪਛਾਤੇ ਬੰਦਿਆਂ ਤੇ ਕੱਟੀ ਜਾ ਰਹੀ ਹੈ। ਪਰ ਉਹਨੇ ਜਿਹੜੀ ਵੇਸ਼ਭੂਸ਼ਾ ਅਪਣਾਈ ਹੈ, ਭਾਵੇਂ ਕਿ ਸਿਰੋਂ ਉਹ ਮੋਨਾ ਹੈ, ਪਰ ਉਹ ਇਦਾਂ ਜਾਪ ਰਿਹਾ ਜਿਵੇਂ ਉਹ ਸੰਗਤ ਦੇ ਨਾਲ ਹੋਵੇ। ਕੀ
ਇਹਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਸਕਦਾ ਸੀ ਹੁਣ ਤੱਕ ਵੀ ਇਹ ਬੰਦਾ ਕੌਣ ਹੈ ਜਿਹਨੂੰ ਇੰਨੀ ਸ਼ਹਿ ਹਾਸਲ ਹੈ ਵੀ ਕਿਸੇ ਦੀ ਸ਼ਹਿ ਤੇ ਚੱਲ ਰਿਹਾ ਹੈ, ਇਹਨੂੰ ਕੋਈ ਪ੍ਰੋਟੈਕਸ਼ਨ ਮੈਂ ਹੈ? ਉਹੀ ਕਹਿ ਰਿਹਾ ਨਾ ਜੀ, ਇਹਨੂੰ ਜੇ ਇਹਦੀ ਕੋਈ ਸ਼ੈ ਹੈਗੀ ਆ, ਇਹਦਾ ਜਾਂਚ ਕੰਮ ਕਰਨਾ ਇੱਕ ਜਾਂਚ ਦਾ ਵਿਸ਼ਾ ਹੁੰਦਾ ਜੋ ਪਿਛਲੇ 8 ਸਾਲ ਤੋਂ ਚੱਲ ਰਿਹਾ। ਇਹ ਵੀਡੀਓ ਅੱਜ ਤਾਂ ਬਣ ਕੇ ਨਹੀਂ ਆਈ ਬਾਈ ਜੀ, ਉਦੋਂ ਦੀ ਬਣੀ ਆ ਜੀ, ਉਦੋਂ ਦੀਆਂ ਜਾਂਚਾਂ ਕੋਲੇ ਆ। ਹਾਲਾਂਕਿ ਜਿਹੜੀਆਂ ਆਪਣੇ ਕੋਲੇ ਵੀਡੀਓ ਉਹ ਤਾਂ ਬਹੁਤ ਘੱਟ ਆ, ਜਿਹੜੀਆਂ ਇਨਵੈਸਟੀਗੇਸ਼ਨ ਟੀਮ ਕੋਲੇ ਉਹ ਤਾਂ ਬਹੁਤ ਜ਼ਿਆਦਾ ਆ ਜੀ। ਉਹਨਾਂ ਦੀ ਤਾਂ ਬਹੁਤ ਤੱਥ ਹੈ, ਉਹਨਾਂ ਦੀ ਤਾਂ ਬਹੁਤ ਗੱਲਾਂ ਪਈਆਂ ਜਿਨ੍ਹਾਂ ਤੋਂ ਸਾਫ਼ ਸਪਸ਼ਟ ਹੁੰਦਾ ਵੀ ਕੌਣ ਬੰਦਾ ਗੋਲੀ ਮਾਰ ਰਿਹਾ, ਜੀ, ਕਿਹੜੇ ਪੁਲਿਸ ਵਾਲੇ ਨੇ ਡਾਂਗਾ ਮਾਰੀਆਂ, ਕਿਹੜੇ ਸਿੱਖ ਜਥੇਬੰਦੀਆਂ ਵਾਲੇ ਨੇ ਧੱਕੇ ਮਾਰੇ, ਉਹ ਸਾਰਾ ਕੁਝ ਸਾਹਮਣੇ ਆ। ਪਰ ਇਹਨੂੰ ਗੁੰਝਲਦਾਰ ਬਣਾ ਕੇ ਪੇਸ਼ ਜੇਕਰ ਇਸ ਥਿਊਰੀ ਦੇ ਉੱਤੇ ਮੌਜੂਦਾ ਸੈੱਟ ਕੰਮ ਕਰਦੀ ਹੈ ਜਾਂ ਇਸ ਨੂੰ ਅੱਗੇ ਤੋਰਦੀ ਹੈ, ਨਹੀਂ ਜਾਣਾ ਚਾਹੀਦਾ ਕੋਈ ਵੀ ਹੈ, ਚਾਹੇ ਕਿਸੇ ਜਥੇਬੰਦੀ ਦਾ ਨੁਮਾਇੰਦਾ, ਚਾਹੇ ਪੁਲਿਸ ਦਾ ਨੁਮਾਇੰਦਾ। ਉਹਦੇ ਵਿੱਚ ਲੋਕਾਂ ਨੂੰ ਪ੍ਰਵੋਕ ਤਾਂ ਉਹੀ ਕਰ ਰਿਹਾ ਨਾ ਜਿਹੜਾ ਉੱਥੇ ਲੋਕਾਂ ਦੇ ਸੈਂਟੀਮੈਂਟਲ ਜੁੜੇ ਆ, ਲੋਕਾਂ ਦੀ ਕਾਸਤਾ ਜੁੜੀ ਆ, ਉਹਨਾਂ ਨੂੰ ਦੋ ਫਿਰਕੂਆਂ ਦੇ ਵਿੱਚ ਲੜਾਉਣਾ ਤਾਂ ਉਹ ਬੰਦੇ ਨੇ ਕੰਮ ਕੀਤਾ ਹੋਊਗਾ ਨਾ, ਫੇਰ ਹੀ ਉਹਦੇ ਤੇ ਆ ਤੁਸੀਂ ਜਿਹੜਾ ਕੋਈ ਦਿਖਾਇਆ ਹੈ। ਜੀ ਜੀ, ਇਹਨੂੰ ਦੋਨਾਂ ਨਜ਼ਰੀਆਂ ਨਾਲ ਦੇਖਿਆ ਜਾ ਸਕਦਾ। ਜੇ ਇਹ ਪੁਲਿਸ ਨੇ ਸਿਵਲ ਚ ਭੇਜਿਆ ਤਾਂ ਵੀ ਗੁਨਾਹਗਾਰ, ਅਕਸਰ ਬੰਦਾ ਤਾਂ ਉਹ ਗਲਤ ਆ ਨਾ, ਜੇ ਉਹ ਕਿਸੇ ਜਥੇਬੰਦੀ ਵਾਲੇ ਪਾਸਿਓਂ ਤਾਂ ਵੀ ਉਹ ਗਲਤ ਆ। ਬਿਲਕੁਲ। ਸੋ ਸਾਡੇ ਤਾਂ ਉੱਥੇ ਆਸਤਾ ਗੁਰੂ ਸਾਹਿਬ ਦੀ ਬੇਅਦਬੀ ਦੇ ਕਰਕੇ ਆ, ਅਸੀਂ ਤਾਂ ਉੱਥੇ ਰੋਜ਼ ਕਰ ਰਹੇ ਆ ਤੇ ਸਾਡੇ ਉੱਥੇ ਜਿਹੜੇ ਆਗੂ ਉਹ ਸਪੀਚਾਂ ਕਰ ਰਹੇ ਆ ਵੀ ਡੰਡੇ ਸ੍ਰੀ ਸਾਹਿਬ ਤਲਵਾਰਾਂ ਜਿਨ੍ਹਾਂ ਦੇ ਹੱਥ 'ਚ ਉਹ ਸਾਈਡ ਤੇ ਰੱਖੀਆਂ ਜਾਣ। ਬਿਲਕੁਲ, ਮੈਂ ਇਸੇ ਕਰਕੇ ਹੀ ਇਸ ਐਂਗਲ ਨੂੰ ਲਿਆ ਗਿਆ ਹੈ। ਇਸ ਗੱਲ ਨੂੰ ਪੁਲਿਸ ਵੀ ਮੰਨਦੀ, ਉਹਨਾਂ ਦੇ ਰਿਕਾਰਡ ਦੇ ਵਿੱਚ ਵੀ ਆ, ਉੱਥੇ ਜਿਹੜੇ ਆਗੂ ਸੀ ਤਕਰੀਰਾਂ ਕਰ ਰਹੇ ਆ ਵੀ ਜਿਹੜੇ ਆਪਣੇ ਸ੍ਰੀ ਸਾਹਿਬ ਹੈ, ਕਿਰਪਾਨਾਂ ਨੇ, ਤਲਵਾਰਾਂ ਨੇ, ਵੀ ਉਹਨਾਂ ਨੂੰ ਨੀਚੇ ਰੱਖਿਆ ਜਾਵੇ, ਦੂਰ ਰੱਖਿਆ ਜਾਵੇ। ਮੈਨੂੰ ਇਹ ਸਮਝ ਨਹੀਂ ਆ ਰਹੀ ਜੀ ਐਡੀ ਕੀ ਨੌਬਤ ਆਈ ਜੀ। ਚਲੋ ਜੇ ਪੁਲਿਸ ਨੇ ਕੀਤਾ, 5 ਬਾਣੀਆਂ ਹਰ ਇੱਕ ਸਿੱਖ ਨੂੰ ਪਤਾ, ਚਾਹੇ ਮੋਨਾ ਤੇ ਚਾਹੇ ਸਰਦਾਰ ਹੈ, ਨਿਤਨੇਮ ਮਤਲਬ ਈਵਨ ਕਿ ਉਹਨੂੰ ਵੀ ਪਤਾ, ਜਿਹੜਾ ਬੰਦਾ ਸਾਡੇ ਧਰਮ 'ਚ ਨਹੀਂ ਵੀ ਆ ਉਹਨੂੰ ਵੀ ਪਤਾ ਵੀ ਜਦੋਂ ਸਪੀਕਰ ਤੇ ਕੁਝ ਬੋਲਿਆ ਜਾ ਰਿਹਾ ਸਾਰੇ ਚੁੱਪ ਆ, ਇੱਕ ਬੰਦਾ ਪੜ੍ਹੀ ਜਾਂਦਾ ਤੇ ਐਟਲੀਸਟ ਦੂਜੇ ਸਾਰੇ ਸੁਣ ਰਹੇ ਆ ਜੀ। ਤਾਂ ਇਹ ਇੱਕ ਅਰਦਾਸ ਹੋ ਰਹੀ ਆ ਜਾਂ ਇੱਕ ਪਾਠ ਹੋ ਰਿਹਾ, ਉਹਦੇ 'ਚ ਆਪਾਂ ਡਿਸਟਰਬ ਨਹੀਂ ਕਰ ਸਕਦੇ। ਤੇ ਉਹ ਬੰਦਾ ਇਹੋ ਜਿਹਾ ਕੌਣ ਸੀਗਾ ਜਿਹੜਾ ਨਿਤਨੇਮ ਕਰਦਿਆਂ 'ਚ ਬਾਣੀ ਪੜ੍ਹਦਿਆਂ ਦੇ ਵਿੱਚ ਉਹਨੂੰ ਹੱਲਾ ਗੁੱਲਾ ਕਰਨਾ ਪਿਆ? ਬਿਲਕੁਲ ਬਿਲਕੁਲ ਬਿਲਕੁਲ, ਇਹੀ ਸਵਾਲ ਨੇ। ਖੈਰ, ਮੈਂ ਇੱਥੇ ਚਾਂਦੀ ਸਾਹਿਬ ਨੂੰ ਪੁੱਛਣਾ ਚਾਹੂੰਗਾ। ਚਾਂਦੀ ਸਾਹਿਬ, ਬਾਰ-ਬਾਰ ਗੱਲ ਇਹ ਹੋ ਰਹੀ ਹੈ, ਹੁਣ ਤਾਂ ਸਰਕਾਰ ਤੁਹਾਡੀ ਆ ਗਈ ਹੈ, ਸਾਲ ਤੋਂ ਉੱਤੇ ਸਮਾਂ ਵੀ ਬੀਤ ਗਿਆ, ਤੁਸੀਂ ਵੀ ਮਹੀਨਿਆਂ ਦੀ ਗੱਲ ਕਰਦੇ ਸੀ, ਗੱਲ ਫੇਰ ਸਾਲਾਂ 'ਚ ਪੈਂਦੀ ਜਾ ਰਹੀ ਹੈ ਵੀ ਜਿਹੜੇ ਪੁਰਾਣਿਆਂ ਨੂੰ ਭੁਗਤਣਾ ਪਿਆ, ਫਿਰ ਤੁਸੀਂ ਵੀ ਇਸ ਲਈ ਤਿਆਰ ਹੋ ਜਾਵੋ। ਨਵਜੋਤ ਜੀ, ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ, ਦੇਖੋ 9ਵਾਂ ਸਾਲ ਚੱਲ ਪਿਆ ਕੋਟਕਪੂਰਾ ਦੀ ਗੋਲੀ ਕਾਂਡ ਨੂੰ, ਦੋ ਸਰਕਾਰਾਂ ਆਪਣਾ ਸਮਾਂ ਹਟਾ ਕੇ ਚਲੀਆਂ ਗਈਆਂ। ਇੱਕ ਗੱਲ ਪ੍ਰਵਕਤਾ ਇੱਥੇ ਬੈਠੇ ਕਰਦੇ ਜ਼ਰੂਰ ਹੈ, ਸਾਡੇ ਸਾਬਕਾ ਪੁਲਿਸ ਅਫਸਰ ਦੀ ਔਰ ਮੌਜੂਦਾ ਸਾਡੀ ਪਾਰਟੀ ਦੇ ਵਿਧਾਇਕ ਦੀ, ਸ਼ਾਇਦ ਇਹ ਭੁੱਲ ਗਏ ਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਵੇਲੇ ਵੀ ਉਸ ਦੀ ਜਾਂਚ ਦੇ ਵਿੱਚ ਰੁਕਾਵਟਾਂ ਪਾਈਆਂ ਗਈਆਂ। ਇਹ ਵੀ ਕੁਐਸਚਨ ਕਾਂਗਰਸ ਨੂੰ ਇਹਦਾ ਵੀ ਆਨਸਰ ਦੇਣਾ ਚਾਹੀਦਾ ਪੰਜਾਬੀਆਂ ਨੂੰ ਕਿ ਕਾਰਨ ਕੀ ਸੀ। ਇੱਕ ਇਹਨਾਂ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਗੱਲ ਕਹਿੰਦੇ ਹੁੰਦੇ ਸੀ ਸਟੇਜਾਂ ਤੋਂ ਕਿ 75-25 ਦੀ ਰੇਸ਼ੋ ਚੱਲਦੀ ਹੈ। 75-25 ਦੀ ਰੇਸ਼ੋ ਕੱਲੀ ਆਪਾਂ ਲੈਣ ਦੇਣ ਦੇ ਵਿੱਚ ਨਾ ਗਈ ਹੈ, ਅਨਐਥੀਕਲ ਹਿਡਨ ਅਲਾਇੰਸ ਜਿਹੜੇ ਪਹਿਲਾਂ ਚੱਲਦੇ ਸੀ ਨਾ, ਉਹ ਹਰ ਇੱਕ ਫੀਲਡ ਦੇ ਵਿੱਚ ਚੱਲਦੇ ਸੀ। ਇੱਕ ਦੂਜੇ ਨੂੰ ਬਚਾਉਣਾ, ਕੋਈ ਨਾ ਕੋਈ ਕਿਸ ਤਰ੍ਹਾਂ ਆਪਾਂ ਨੇ ਪੰਜਾਬੀਆਂ ਨੂੰ ਬੁੱਧੂ ਬਣਾ ਕੇ ਇੱਕ ਪੋਜ਼ਿਟਿਵਿਟੀ ਗੇਨ ਕਰਨ ਦੀ, ਸਿੰਪੈਥੀ ਗੇਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਮੇਸ਼ਾ ਵੋਟਾਂ ਦੇ ਨੇੜੇ ਕਾਂਗਰਸ ਵੇਲੇ ਵੀ ਹੁੰਦਾ ਰਿਹਾ, ਕਈ ਮੌੜ ਕਾਂਡ ਹੋਇਆ, ਇਹ ਚੀਜ਼ਾਂ ਵੀ ਜਿਹੜੀਆਂ ਕਿਉਂਕਿ ਰਲਾ ਮਿਲਿਆ ਕੰਮ ਹੁੰਦਾ ਸੀ ਸਾਰਾ ਕੁਝ। ਅੱਜ ਦੇਖੋ ਮਾਨ ਸਾਹਿਬ ਨੂੰ ਇਸ ਗੱਲ ਦੀ ਦਿੱਕਤ ਜ਼ਰੂਰ ਆ ਰਹੀ ਹੈ ਕਿ 8 ਸਾਲ ਬੀਤਣ ਦੇ ਬਾਅਦ ਸਿੱਖ ਦੇਖੋ ਚਾਰਜਸ਼ੀਟ ਚਲਾਨ ਪੇਸ਼ ਕੀਤਾ ਗਿਆ 7000 ਪੰਨਿਆਂ ਦਾ, ਉਹਦੇ ਵਿੱਚ ਬਾਦਲ ਦੀ ਫੈਮਿਲੀ ਨੂੰ ਵੀ ਰੱਖਿਆ ਗਿਆ, ਸੁਮੇਧ ਸੈਣੀ ਨੂੰ ਵੀ ਰੱਖਿਆ ਗਿਆ। ਔਰ ਇਹ ਵੀ ਗੱਲ ਆਪਣੇ ਚਲਾਨ ਦੇ ਵਿੱਚ ਕਹੀ ਗਈ ਕਿ ਨਿਹੱਥੇ ਸਿੱਖਾਂ ਦੇ ਉੱਤੇ ਪੁਲਿਸ ਨੇ ਆਪਣਾ ਬਚਾਅ ਕਰਨ ਲਈ ਇੱਕ ਝੂਠੀ FIR ਦਰਜ ਕੀਤੀ। ਉਸ ਦੇ ਵਿੱਚ ਸਪਸ਼ਟ ਤੌਰ ਤੇ ਕੋਰਟ ਦੇ ਵਿੱਚ ਕਿਹਾ ਗਿਆ ਕਿ ਪੁਲਿਸ ਨੇ ਆਪਣੇ ਬਚਾਅ ਲਈ ਸਿਰਫ ਲੋਕਾਂ ਨੂੰ ਇਨਸਾਫ ਦੇਣ ਲਈ ਇਹ ਕੰਮ ਨਹੀਂ ਕੀਤਾ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਦੇਖੋ ਬਾਬਾ ਸੌਦਾ ਸਾਹਿਬ ਜੀ ਦੀ ਗੱਲ ਚੱਲਦੀ ਹੈ, ਉਹਨਾਂ ਨੂੰ ਪੁੱਛਗਿੱਛ ਦੀ ਵੀ 2 ਵਾਰ ਜਾ ਕੇ ਆਈ ਆ, ਕੋਸ਼ਿਸ਼ਾਂ ਜਾਰੀ ਨੇ। ਲੇਕਿਨ ਜਦੋਂ ਕੋਈ ਸਮਾਂ ਇਹ ਨੇਤਾਵਾਂ ਨੂੰ ਵੀ ਪਤਾ, ਲੀਡਰ ਕਿਸੇ ਵੀ ਪਾਰਟੀ ਦਾ ਹੋਵੇ, ਜਦੋਂ ਉਹਨਾਂ ਨੇ ਕਿਸੇ ਦੂਸਰੇ ਨੂੰ ਬਚਾਉਣ ਦੀ ਠਾਣ ਲਈ ਦੀ ਹੈ ਨਾ,
ਕਿਉਂਕਿ ਪੁਲਿਸ ਅਫਸਰ ਨਾਲ ਮਿਲੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜਦੋਂ ਸਮਾਂ ਲੰਬਾ ਪੈ ਜਾਂਦਾ ਜਾਂ ਵੀ ਮੁਸ਼ਕਲਾਂ ਪੇਸ਼ ਆਉਂਦੀ, ਸਮਾਂ ਵੀ ਬਹੁਤ ਜ਼ਿਆਦਾ ਲੱਗਦਾ। ਸੋ ਇਹ ਚੀਜ਼ਾਂ ਬੜੇ ਧਿਆਨ ਨਾਲ ਰੱਖ ਕੇ ਤਾਂ ਹੀ ਚਲਾਨ ਪੇਸ਼ ਕੀਤਾ ਗਿਆ ਸੀਗਾ ਕਿ ਇਹਨਾਂ ਸਾਰਿਆਂ ਨੂੰ ਇਹ ਸਾਰੇ ਹੀ ਜ਼ਿੰਮੇਵਾਰ ਨੇ ਇਸ ਗੱਲ ਦੇ ਵਿੱਚ, ਔਰ ਇਹਦਾ ਇਨਸਾਫ ਜੁਡੀਸ਼ੀਅਲ ਨੇ ਦੇਣਾ ਹੈ। ਜੋ ਸਰਕਾਰ ਵੱਧ ਤੋਂ ਵੱਧ ਲੋਕ ਸਿੱਖਾਂ ਦੇ ਦਿਲਾਂ ਤੇ ਮੱਲਮ ਲਾਉਣ ਦੀ ਕਰ ਸਕਦੀ ਹੈ ਕਿ ਇਨਮੇਨ ਜੇ ਤਾਂ ਹੈਗੇ ਆਪਾਂ ਵਾਕਈ ਇੱਕ ਸੱਚੇ ਜੇ ਆਪਾਂ ਰਾਜਨੀਤੀ ਨੂੰ ਪਰੇ ਛੱਡ ਦਈਏ ਕਿ ਰਾਜਨੀਤੀ ਵੀ ਰਾਜਨੀਤੀ ਚ ਕੌਣ ਹੈ, ਲੋਕ ਇਹ ਆਪਾਂ ਹੀ ਲੋਕ ਹੈ ਨਾ ਰਾਜਨੀਤੀ ਚ। ਤਾਂ ਜੇ ਆਪਾਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਆ ਤਾਂ ਕੀ ਆਪਾਂ ਇਸ ਲਈ ਨਿਤਨੇਮ ਕਰਦੇ ਆ ਕਿ ਮੈਨੂੰ ਅੱਜ ਕਿਸੇ ਵੀ ਤਰੀਕੇ ਨਾਲ ਝਾੜੀ ਪੈਣੀ ਚਾਹੀਦੀ ਹੈ, ਚਾਹੇ ਮੈਂ ਕਿਸੇ ਦਾ ਨੁਕਸਾਨ ਕਰਕੇ ਝਾੜੀ ਬਣਾਵਾਂ। ਸੋ ਅਜਿਹੀ ਚੀਜ਼ਾਂ ਨਵਜੋਤ ਜੀ ਮੈਂ ਕਹਿਣਾ ਕਿ ਰਾਜਨੀਤੀ ਦੇ ਫਲਸਫੇ ਵਿੱਚ ਨਹੀਂ ਚਾਹੀਦੀਆਂ। ਸੋ ਦੋਸ਼ ਪ੍ਰਤੀਦੋਸ਼ ਲਾਉਣ ਨਾਲੋਂ ਆਪਾਂ ਜੇ ਇਨਸਾਫ ਦਈਏ। ਮਾਨ ਸਾਹਿਬ ਨੂੰ ਦੇਖੋ, ਇੱਕ ਗੱਲ ਮੈਂ ਜ਼ਰੂਰ ਲਾਸਟ ਕਹਿਣਾ ਕਿ ਮਾਨ ਸਾਹਿਬ ਪੂਰੀ ਬਰੀਕੀ ਦੇ ਨਾਲ ਇਸ ਪੁਆਇੰਟ ਉੱਤੇ ਚੱਲੇ ਹੋਏ ਨੇ ਕਿ ਅਸੀਂ ਇਹ ਵਾਅਦਾ ਕੀਤਾ, ਦੂਜੀਆਂ ਸਰਕਾਰਾਂ ਦਾ ਹਾਲ ਪੰਜਾਬੀਆਂ ਨੇ ਮਾੜਾ ਕੀਤਾ, ਅਸੀਂ ਪੰਜਾਬੀਆਂ ਤੋਂ ਇਹ ਗੱਲ ਨਹੀਂ ਸੁਣੀ ਕਿ ਅਸੀਂ ਇਨਸਾਫ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਹੋਰ ਵੀ ਜੇ ਕੁਝ ਹੁੰਦਾ ਹੋਇਆ ਇਹਨਾਂ ਕੇਸਾਂ ਨੂੰ ਲੈ ਕੇ, ਚਾਹੇ ਬਹਿਬਲ ਕਾਂਡ ਹੋਵੇ, ਚਾਹੇ ਕੋਟਕਪੁਰਾ ਹੋਵੇ, ਚਾਹੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ, ਸਭ ਨੂੰ ਇਨਸਾਫ ਮਿਲੇਗਾ। ਆ ਜਿਹੜੀ ਤੁਹਾਡੀ ਇੱਕ ਵੀਡੀਓ ਆਈ ਹੈ, ਇਸ ਦੀ ਜਾਂਚ ਵੀ ਜ਼ਰੂਰ ਹੋਏਗੀ ਕਿ ਇਸ ਨੂੰ ਪੁੱਛਗਿੱਛ ਦੇ ਵਿੱਚ ਬੁਲਾਇਆ ਗਿਆ ਜਾਂ ਇਹ ਨਵਾਂ ਇੱਕ ਪੁਆਇੰਟ ਨਿਕਲਿਆ। ਠੀਕ ਹੈ ਜੀ। ਟੀਨਾ ਜੀ, ਤੁਸੀਂ ਕਈ ਤਰ੍ਹਾਂ ਦੇ ਸਵਾਲ ਰੇਜ਼ ਕੀਤੇ, ਖਾਸ ਕਰਕੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਜਿਹੜੀ ਸਟੇਟਮੈਂਟ ਸੀਗੀ, ਉਹਨਾਂ ਦਾ ਅਸਤੀਫਾ, ਉਸ ਕੰਟੈਕਸਟ ਦੇ ਵਿੱਚ ਸੁਖਰਾਜ ਜੀ ਦਾ ਸਵਾਲ ਹੈ ਕਿ ਅੱਜ ਸਵਾਲ ਤਾਂ ਇਸ ਵੀਡੀਓ ਦੇ ਜ਼ਰੀਏ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕਾਰਜਸ਼ੈਲੀ ਤੇ ਖੜਾ ਹੁੰਦਾ ਹੈ ਕਿ ਉਹਨਾਂ ਨੇ ਇਕੱਲੇ ਬਿਆਨ ਨਹੀਂ ਦਿੱਤੇ ਜਾਂ ਵਾਕਿਆ ਹੀ ਕੁਝ ਕੀਤਾ, ਤੇ ਉਹ ਕੁੰਵਰ ਵਿਜੇ ਪ੍ਰਤਾਪ ਹੋਈ ਕਿ ਜਿਹੜੀ ਤੁਹਾਡੀ ਸਰਕਾਰ ਦੇ ਵੇਲੇ ਬਣੀ ਹੋਈ ਇਹ ਬਣਾਈ ਗਈ ਜਿਹੜੀ SIT ਸੀਗੀ, ਤੇ ਹੋਣ ਵਾਲੀ SIT ਦਾ ਜਵਾਬ ਦੇ ਸਿੱਧੀ ਹਾਈ ਕੋਰਟ ਨੂੰ ਹੈ, ਕਿਉਂਕਿ ਹਾਈ ਕੋਰਟ ਨੇ ਬਣਾਈ ਹੈ। ਇਹ ਕੋਈ ਇਫ ਐਂਡ ਬਟ ਨਹੀਂ, ਉਹ ਤਾਂ ਉਸ ਤੋਂ ਬਾਅਦ ਕੋਰਟ ਦੇ ਡਿਸੀਜਨ ਨੇ ਦੇਖਣਾ ਸਾਰੇ ਚਲਾਨ ਪੇਸ਼ ਹੋਣ ਤੋਂ ਬਾਅਦ ਕਿ ਬਣਦਾ ਕੀ ਹੈ। ਪਰ ਉਹ ਤਾਂ ਸਰਕਾਰ ਦੇ ਕੋਲ ਸੀ, ਕਿਉਂ ਉਹਦੇ ਵਿੱਚ ਢਿੱਲਾ ਰਵੱਈਆ ਰਿਹਾ, ਜਾਂ ਫਿਰ ਉਹਨਾਂ ਨੇ ਵੀ ਇਸ ਐਂਗਲ ਨੂੰ ਵੇਖਿਆ ਜਿਸ ਨੂੰ ਅਸੀਂ ਉਜਾਗਰ ਕੀਤਾ? ਜੇ ਵੇਖਿਆ ਤੇ ਉਹ ਫਿਰ ਸਾਹਮਣੇ ਕਿਉਂ ਨਹੀਂ ਲਿਆਂਦਾ ਕਿ ਇਸ ਸੰਦਰਭ ਦੇ ਵਿੱਚ ਗੱਲ ਕਿਉਂ ਨਹੀਂ ਹੋਈ? ਦੇਖੋ ਨਵਜੋਤ ਜੀ, ਮੈਂ ਸੁਖਰਾਜ ਜੀ ਨੂੰ ਕਹਿਣਾ ਚਾਹਾਂਗੀ ਕਿ ਉਹਨਾਂ ਦਾ ਕੰਸਰਨ ਬਿਲਕੁਲ ਠੀਕ ਹੈਗਾ। ਕੁਐਸਚਨ ਉਹਨਾਂ ਨੇ ਸਹੀ ਕੀਤਾ ਕਿ ਉਸ ਟਾਈਮ ਤੇ ਕਾਂਗਰਸ ਸਰਕਾਰ ਦੇ ਵਿੱਚ ਸੀਗੇ। ਸੁਖਰਾਜ ਜੀ, ਮੈਂ ਤਾਂ ਕਹਿ ਹੀ ਰਹੀ ਹਾਂ ਕਿ ਕਾਂਗਰਸ ਨੇ ਜੋ ਕੀਤਾ, ਜੋ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਟਾਈਮ ਤੇ ਜੋ ਹੋਇਆ, ਉਹ ਤੇ ਅਸੀਂ ਭੁਗਤ ਹੀ ਰਹੇ ਹਾਂ। ਅੱਜ ਅਸੀਂ ਇਸੇ ਲਈ ਕਰਕੇ ਤੇ 78 ਸੀਟਾਂ ਤੋਂ ਆ ਕੇ ਅਸੀਂ 18 ਸੀਟਾਂ ਤੇ ਆ ਕੇ ਬੈਠ ਗਏ। ਮੈਂ ਤਾਂ ਬਾਰ-ਬਾਰ ਇਹੀ ਗੱਲ ਕਰਦੀ ਹਾਂ, ਅਸੀਂ ਓਪੋਜੀਸ਼ਨ ਚਾਹੇ ਲੋਕਾਂ ਨੇ ਨਕਾਰ ਦਿੱਤਾ, ਤੁਸੀਂ ਨਕਾਰਿਆ ਸਾਨੂੰ, ਅਸੀਂ ਐਕਸੈਪਟ ਕੀਤਾ, ਕਿਉਂਕਿ 5 ਸਾਲਾਂ ਦੇ ਵਿੱਚ ਜੋ ਕਮਿਟਮੈਂਟਾਂ ਕੀਤੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ। ਔਰ ਮੈਂ ਤਾਂ ਬਾਰ-ਬਾਰ ਕਹਿ ਰਹੀ ਕਿ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਗਈ। ਇਹਦਾ ਜਵਾਬ ਤਾਂ ਕੈਪਟਨ ਅਮਰਿੰਦਰ ਜੀ ਦੇਣਗੇ, ਜਿਹੜੇ ਭਾਜਪਾ ਦੇ ਵਿੱਚ ਚਲੇ ਗਏ ਨੇ, ਔਰ ਜਿਹੜੇ ਇੱਥੇ ਭਾਜਪਾ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਅਲਾਈਅੰਸ ਕੀਤੀ, ਉਹਨਾਂ ਪਾਰਟੀ ਤੋਂ ਆਏ ਨੇ, ਉਹ ਵੀ ਜਵਾਬ ਦੇਣ ਕਿ ਤੁਹਾਡੀ ਪਾਰਟੀ ਦੇ ਵਿੱਚ ਚਲੇ ਗਏ ਜਿਨ੍ਹਾਂ ਨੇ ਕੰਮ ਹੀ ਕੋਈ ਨਹੀਂ ਕੀਤਾ। ਔਰ ਇਹ ਗੱਲ ਕਰ ਰਹੇ ਸੀਗੇ ਕਿ ਕਾਂਗਰਸ ਦੇ ਟਾਈਮ ਤੇ ਸੰਨ 84 ਦੇ ਵਿੱਚ ਸਿੱਖਾਂ ਤੇ ਜੋ ਵੀ ਉਹਨਾਂ ਤੇ ਬੀਤਿਆ ਗਿਆ ਉਹ ਅਸੀਂ ਭੁੱਲ ਨਹੀਂ ਸਕਦੇ, 84 ਦੀਆਂ ਗੱਲਾਂ। ਤੇ ਅੱਜ ਤੁਹਾਡੀ ਪਾਰਟੀ ਦੀ ਅਲਾਈਅੰਸ ਦੇ ਵਿੱਚ ਅੱਜ ਉਹ ਬੈਠ ਗਏ ਨੇ ਕੈਪਟਨ ਅਮਰਿੰਦਰ ਜੀ। ਕਦੀ ਆਪਣੀ ਪਾਰਟੀ ਨੂੰ ਸਵਾਲ ਕੀਤਾ ਕਿ ਇਹ ਤਾਂ ਉਸ ਪਾਰਟੀ ਚੋਂ ਆਏ ਨੇ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਇੰਨੀ ਮਾੜੀਆਂ ਹਰਕਤਾਂ ਕੀਤੀਆਂ? ਔਰ ਵੈਸੇ ਵੀ ਇਸ ਪਿੱਛੇ ਜੇ ਗੱਲ ਕੀਤੀ ਜਾਵੇ, ਇਕੱਲੇ ਸਿੱਖਾਂ ਨਹੀਂ, ਹਿੰਦੂ, ਮੁਸਲਿਮ ਔਰ ਸਾਡੇ ਦੇਸ਼ ਦੇ ਜਵਾਨਾਂ ਨੇ ਵੀ ਉੱਥੇ ਸ਼ਹਾਦਤਾਂ ਦਿੱਤੀਆਂ। ਅਸੀਂ ਉਹਨੂੰ ਭੁੱਲ ਨਹੀਂ ਸਕਦੇ। ਅਸੀਂ ਜੋ ਹੋਇਆ, ਅਸੀਂ ਕੋਈ ਇਹ ਥੋੜੀ ਕਹਿ ਰਹੇ ਹਾਂ ਕਿ ਬੜੀ ਮਾਣ ਦੀ ਗੱਲ ਹੈਗੀ ਹੈ। ਉਸ ਵੇਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਖੋਇਆ, ਸ਼ਹਾਦਤਾਂ ਦਿੱਤੀਆਂ, ਇੰਦਰਾ ਗਾਂਧੀ ਜੀ ਨੇ ਤਿਆਗ ਦੇ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਹੋ ਸਕਦੀ ਹੈ? ਇਸ ਬਾਰੇ ਅਸੀਂ ਬਾਰ-ਬਾਰ ਗੱਲ ਨਹੀਂ ਚੁੱਕ ਸਕਦੇ ਕਿ 84 ਦੇ ਵੇਲੇ ਇਸ ਟਾਈਮ ਉਹ ਹੋਇਆ। ਇਹਨੂੰ ਅਸੀਂ ਬਹਿਬਲ ਕਲਾਂ ਕਾਂਡ ਦੇ ਨਾਲ ਅਸੀਂ ਰਿਲੇਟ ਨਹੀਂ ਕਰ ਸਕਦੇ। ਜੋ ਹੋਇਆ, ਜਿਸ ਤਰ੍ਹਾਂ ਹੋਇਆ, ਅਸੀਂ ਵੀ ਉਸ ਚੀਜ਼ ਦੇ ਸ਼ੁਭ ਚਿੰਤਕ ਹੈਗੇ ਆ। ਜੋ ਉੱਥੇ ਬੈਠ ਕੇ ਇੱਥੇ ਹਥਿਆਰ ਚਲਾਵੇ, ਸਭ ਤੋਂ ਪਹਿਲੇ ਕਿਹਦੇ ਵੱਲੋਂ ਹਥਿਆਰ ਚਲਾਏ ਗਏ ਸੀ ਇਹ ਤੁਸੀਂ ਵੀ ਜਾਣਦੇ ਹੋ। ਕਾਂਗਰਸ ਪਾਰਟੀ ਜਾਂ ਸਰਕਾਰ ਜਾਂ ਉੱਥੇ ਸੈਂਟਰ ਫੋਰਸਿਸ ਵੱਲੋਂ ਪਹਿਲੇ ਹਥਿਆਰ ਨਹੀਂ ਸੀ ਚਲਾਏ ਗਏ। ਨਾ ਹੀ ਅਸੀਂ ਇਹ ਚਾਹੁੰਦੇ ਸੀ ਕਿ ਅਸੀਂ ਗੁਰੂ ਦੀਆਂ ਬੇਅਦਬੀਆਂ ਕਰੇ, ਇਸ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀਆਂ ਜਿਹੜੇ ਕੋਸ਼ਿਸ਼ਾਂ ਕਰ ਰਹੇ ਸੀ, ਉੱਥੇ ਠੱਲ ਪਾਉਣ ਵਾਸਤੇ ਸਾਨੂੰ ਇਹ ਕਦਮ ਚੁੱਕਣਾ ਪਿਆ। ਜੇ ਨਾ ਚੁੱਕਿਆ ਹੁੰਦਾ ਤੇ ਅੱਜ ਪੰਜਾਬ ਨਹੀਂ, ਅੱਜ ਇਹ ਖਾਲਿਸਤਾਨ ਬਣਿਆ ਹੁੰਦਾ।
ਇਹ ਉਸ ਤਰ੍ਹਾਂ ਦਾ ਖਾਲਿਸਤਾਨ ਬਣਿਆ ਹੁੰਦਾ ਜਿਸ ਤਰ੍ਹਾਂ ਦੇ ਨਾਲ ਅੱਜ ਪਾਕਿਸਤਾਨ ਦੇ ਵਿੱਚ ਅੱਜ ਉੱਥੇ ਭੁੱਖਮਰੀ ਪਈ ਹੋਈ ਹੈ, ਉਸ ਤੋਂ ਵੱਧ ਭੁੱਖਮਰੀ ਅੱਜ ਸਾਡੇ ਪੰਜਾਬ 'ਚ ਪਈ ਹੁੰਦੀ। ਤਾਂ ਮੈਨੂੰ ਲੱਗਦਾ ਇਹ ਸਟੈਪ ਜੋ ਲਿਆ ਉਹਦੇ ਵਾਸਤੇ ਜੋ ਕੀਤਾ ਠੀਕ ਹੈ, ਉਸ 'ਚ ਭੁਗਤਿਆ, ਉਸ 'ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਭੁਗਤਿਆ। ਅਸੀਂ ਇਸ ਚੀਜ਼ ਨੂੰ ਬਾਰ-ਬਾਰ ਨਾ ਖਿੱਚੀਏ। ਚਲੋ ਠੀਕ ਹੈ, ਮੈਂ ਸੋਢੀ ਸਾਹਿਬ ਨਵਜੋਤ ਜੀ ਮੇਰੀ ਗੱਲ ਸੁਣੋ। ਸੁਖਰਾਜ ਜੀ ਕੁਝ ਕਹਿ ਰਹੇ ਨੇ, ਉਹਨਾਂ ਦੀ ਗੱਲ ਸੁਖਰਾਜ ਜੀ ਅਸੀਂ ਤੇ ਮੰਨ ਹੀ ਰਹੇ ਹਾਂ। ਅੱਜ ਸਾਡੇ ਕੋਲ ਇੱਕ ਮਿੰਟ ਸੁਖਰਾਜ ਜੀ, ਇੱਕ ਗੱਲ ਤੁਹਾਨੂੰ ਹੋਰ ਮਨਾਉਣੀ ਹੈ ਜੀ, ਇੱਕ ਗੱਲ ਤੁਹਾਨੂੰ ਹੋਰ ਮਨਾਉਣੀ ਹੈ, ਇੱਕ ਗੱਲ ਤੁਹਾਨੂੰ ਹੋਰ ਮਨਾਉਣੀ ਹੈ। ਤੁਸੀਂ ਖਾਲਿਸਤਾਨ ਦੀ ਗੱਲ ਨਾ ਕਰੋ। ਸੁਖਰਾਜ ਜੀ ਦੀ ਆਵਾਜ਼ ਘੱਟ ਆ ਰਹੀ ਹੈ, ਆਪਾਂ ਕੀ ਕਰਕੇ ਗੱਲ ਸੁਣ ਲਈਏ। ਉਹ ਕੁਝ ਸੁਖਰਾਜ ਜੀ ਮੈਂ ਤੁਹਾਡੀ ਗੱਲ ਦਾ ਜਵਾਬ ਦਿਆਂਗੀ, 2 ਮਿੰਟ ਰੁਕੋ। ਜਿੱਥੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਤਾਂ ਪਾਰਟੀ ਦੇ ਟਾਈਮ ਤੇ ਸੀਗੇ, ਅਸੀਂ ਤਾਂ ਕਹਿ ਹੀ ਰਹੇ ਹਾਂ ਜਿੱਥੇ ਉਹ ਚਲੇ ਗਏ ਜਿਨ੍ਹਾਂ ਕਰਕੇ ਅਸੀਂ ਭੁਗਤੇ ਆ। ਚਲੋ ਟੀਨਾ ਜੀ ਰੈਪੀਟੀਸ਼ਨ ਹੋ ਰਹੀ ਹੈ, ਉਹਨਾਂ ਦਾ ਪੱਖ ਲੈ ਲਈਏ। ਰੈਪੀਟੀਸ਼ਨ ਹੋ ਰਹੀ ਹੈ। ਹਾਂਜੀ ਸੁਖਰਾਜ ਜੀ ਕੀ ਕਹਿ ਗੱਲ ਸੁਣੋ। ਖਾਲਿਸਤਾਨ ਨੂੰ ਵਿੱਚ ਪਹਿਲੀ ਗੱਲ ਤਾਂ ਲੈ ਕੇ ਨਾ ਆਓ। ਇਹੋ ਜੀ ਕਿਹੜਾ ਦੇਸ਼ ਆ, ਕਿਹੜਾ ਸਿਸਟਮ ਆ ਜਿਹੜਾ ਗੁਰੂ ਧਾਮਾਂ ਤੇ ਤੁਹਾਨੂੰ ਹਮਲੇ ਕਰਨ ਦੀ ਇਜਾਜ਼ਤ ਦਿੰਦਾ। ਦੂਸਰੀ ਗੱਲ 7% ਲੋਕ ਸੀ ਖਾਲਿਸਤਾਨ ਦੇ ਵਿੱਚ, ਖਾਲਸਾ ਰਾਜ ਦੇ ਵਿੱਚ। 93% ਤੇ ਰਾਜ ਕੀਤਾ, ਕਿਸੇ ਧਰਮ ਦੀ ਬੇਅਦਬੀ ਹੋਈ, ਕਿਸੇ ਦੇ ਨਾਲ ਜਾਤੀ ਹੋਈ ਨਹੀਂ ਹੋਈ ਨਾ, ਅਸੀਂ ਉਹਦੇ ਮਦਈ ਆ। ਗੱਲ ਇਹ ਨਹੀਂ ਹੈਗੀ ਕਿ ਤੁਸੀਂ ਇਹਨੂੰ ਇੱਧਰ ਨਾ ਲੈ ਕੇ ਜਾਓ, ਇਹ ਗੱਲ ਗਲਤ ਹੋ ਜਾਣੀ ਆ। ਆਪਾਂ ਗੱਲ ਰਾਜਨੀਤੀ ਤੋਂ ਹਟ ਕੇ ਕਰ ਲਈਏ। ਅਸੀਂ ਜਿਹੜੇ ਅੱਜ ਭਾਜਪਾ ਦੇ ਅਲਾਈਅੰਸ ਕਰੇ ਬੈਠੇ ਨੇ ਉਹ ਲੈ ਕੇ ਗਏ, ਮੈਨੂੰ ਲੈ ਕੇ ਜਾਣ ਦੀ ਲੋੜ ਨਹੀਂ ਹੈ। ਅਸੀਂ ਗੱਲ ਸੈੱਟ ਤੇ ਹੀ ਰੱਖ ਲਈਏ। ਤੁਸੀਂ ਆਪਣੀਆਂ ਜਿਹੜੀਆਂ ਗਲਤੀਆਂ ਇੱਕ ਬੰਦੇ ਦੀਆਂ ਨਹੀਂ ਆ, ਪੂਰੀ ਪਾਰਟੀ ਆ। ਕੱਲੇ ਕੈਪਟਨ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ ਕਿਸੇ ਨੇ। ਜੇ ਕੈਪਟਨ ਨੇ ਗੱਲ ਕਹੀ ਤਾਂ ਮਗਰ ਉਹਦੇ ਜਿਹੜੇ 117 ਕੈਂਡੀਡੇਟ ਖੜੇ ਸੀ ਉਹਨਾਂ ਦੇ ਵਿੱਚੋਂ 60 ਪਿੰਡਾਂ ਨੂੰ ਬਹੁਮਤ ਮਿਲਿਆ ਪੰਜਾਬ ਦੇ ਵਿੱਚ। ਉਹ ਤਾਂ ਮਿਲਿਆ ਜੇ ਇਹਨਾਂ ਨੇ ਵੀ 24 ਘੰਟੇ ਦੇ ਕਹਤੇ 92 ਨੂੰ ਮਿਲਿਆ। ਜਿਹਦਾ ਕਸੂਰ ਸੀਗਾ ਅੱਜ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਉਹਨਾਂ ਦੀ ਕਾਰਵਾਈ ਕਰਵਾਓ। ਫਿਰ ਅੱਜ ਕੱਲਾ ਕੈਪਟਨ ਜ਼ਿੰਮੇਵਾਰ ਨਹੀਂ, ਪੂਰੀ ਕਾਂਗਰਸ ਪਾਰਟੀ ਜ਼ਿੰਮੇਵਾਰ ਆ। ਤੁਸੀਂ ਇਹ ਨਾ ਕਹੋ ਵੀ ਅਸੀਂ ਇਹਦਾ ਕਰ ਸਕਦੇ ਹਾਂ। ਕੈਪਟਨ ਜ਼ਿੰਮੇਵਾਰ ਹੈ ਜੀ, ਚੀਫ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਸਾਰੇ ਐਕਸ਼ਨ ਲੈਣੇ ਐਡੇ ਵੱਡੇ ਕੇਸਿਸ ਦੇ ਵਿੱਚ। ਟੀਨਾ ਜੀ ਕੈਬਨਿਟ ਜੇ ਸਾਰੀ ਕੈਬਨਿਟ ਇੱਕ ਪਾਸੇ ਸੀ, ਕੈਪਟਨ ਇੱਕ ਸਾਈਡ ਸੀ, ਤੇ ਉਸ ਵੇਲੇ ਕੈਬਨਿਟ ਨੇ ਰਿਜ਼ਾਈਨ ਕਿਉਂ ਨਹੀਂ ਕੀਤਾ? ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਲਈ ਕਿਉਂ ਪੁੱਛਿਆ ਤੁਸੀਂ? ਜੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਤੀਆਂ, ਤੁਸੀਂ ਕਹਿਤਾ ਵੀ ਕੈਪਟਨ ਨੇ ਕਹਿਤਾ, ਕੈਪਟਨ ਨੂੰ ਵੋਟਾਂ ਪਾ ਕੇ ਅੱਗੇ ਲਿਆਂਦਾ। ਜਿੱਦੇ ਕੈਪਟਨ ਨੂੰ ਲਾਇਆ ਤੁਸੀਂ ਕਿੱਦੇ ਪੰਜਾਬ ਦੇ ਲੋਕਾਂ ਦੀ ਉਹਦੀ ਹਮਾਇਤ ਲਈ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਵੀ ਅੱਜ ਕੈਪਟਨ ਪਾਸੇ ਕਰ ਰਹੇ ਆ? ਤੇ ਉਹਦੇ ਤੁਸੀਂ ਸੁੱਤੇ ਪਏ ਸੀਗੇ ਜਦੋਂ 3 ਮਹੀਨੇ 2 ਮਹੀਨੇ ਤਾਂ 3 ਟਪਾਤੇ 6 ਟਪਾਤੇ ਉਹਦੇ ਪਾਸੇ ਕਰ ਲੋਕਾਂ ਦੇ ਨਾਲ ਜੋ ਇਨਸਾਫ ਨਹੀਂ ਸੀ ਮਿਲੇ, ਇਸੇ ਕਰਕੇ ਪਾਰਟੀ ਨੇ ਡਿਸੀਜਨ ਲਿਆ ਕਿ 3.5 ਲੋਕਾਂ ਨੂੰ ਪੂਰੇ ਨਹੀਂ ਹੋ ਪਾਏ। ਲਾਸਟ ਜਦੋਂ 3 ਮਹੀਨੇ ਜਦੋਂ ਤੁਹਾਡੇ ਲਾਸਟ 3 ਮਹੀਨੇ ਰਹੇ ਵੋਟਾਂ ਨਹੀਂ ਮੰਗੀਆਂ ਜਾਂਦੀਆਂ ਐਸੇ ਡਿਸੀਜਨ ਲਈ, ਲੋਕਾਂ ਦੇ ਹਿੱਤ ਲਈ ਡਿਸੀਜਨ ਲਿਆ। ਉਹਦੇ ਵਿੱਚ ਚੰਨੀ ਸਾਹਿਬ ਆਏ, ਚੰਨੀ ਸਾਹਿਬ ਨੇ ਜੋ 3 ਮਹੀਨੇ ਚ ਪਹਿਲੇ 6 ਮਹੀਨੇ ਚਲੇ ਜਾ ਸਕਦੇ ਜਾਣਦੇ ਹੋ ਕਿ ਚੰਨੀ ਸਾਹਿਬ ਨੇ ਕੀ ਕਰਕੇ ਦਿਖਾਇਆ ਪੰਜਾਬ ਦੇ ਵਿੱਚ। ਪਹਿਲੇ 6 ਮਹੀਨਿਆਂ ਦੇ ਵਿੱਚ ਵੀ ਡਿਸੀਜਨ ਲਿਆ ਜਾ ਸਕਦਾ ਸੀ, ਕੈਪਟਨ ਨੂੰ ਪਾਸੇ ਕੀਤਾ ਜਾ ਸਕਦਾ ਸੀ, ਕਿਉਂਕਿ ਤੁਹਾਡੀ ਪਾਰਟੀ ਦੀ ਜਿਹੜੀ ਹੈ ਇੱਜ਼ਤ ਬਰਕਰਾਰ ਰਹਿੰਦੀ। ਤੇ ਸੁਖਰਾਜ ਜੀ ਕਈ ਵਾਰੀ ਕੁਝ ਜਿਹੜੀ ਵੀ ਕੋਈ ਕਿਸੇ ਚੀਜ਼ ਦੇ ਉੱਤੇ ਕਾਰਵਾਈਆਂ ਹੁੰਦੀਆਂ ਕਿਸੇ ਸਟੈਂਪ ਪੇਪਰ ਤੇ ਥੋੜੀ ਲਿਖ ਕੇ ਦਿੱਤਾ ਜਾਂਦਾ। ਚਲੋ ਮੈਂ ਇਸ ਤੋਂ ਅੱਗੇ ਤੁਰਦਾ ਹਾਂ, ਆਪਾਂ ਇਸ ਵਾਲੇ ਪਾਸੇ ਨਹੀਂ ਪਾਉਂਦੇ। ਗੱਲ ਇਹ ਹੈ ਵੀ ਜਿਹੜੇ ਸਵਾਲ ਸੋਢੀ ਸਾਹਿਬ ਦੇ ਉੱਤੇ ਖੜੇ ਕੀਤੇ, ਬੀਜੇਪੀ ਦੇ ਉੱਤੇ ਖੜੇ ਕੀਤੇ ਆ, ਸੋਢੀ ਸਾਹਿਬ ਉਹਨਾਂ ਦੇ ਜਵਾਬ ਦਿਓ ਕਿ ਔਰ ਸੁਖਰਾਜ ਜੀ ਨੇ ਵੀ ਤੁਹਾਨੂੰ ਸਵਾਲ ਪੁੱਛਿਆ ਸੀਗਾ ਵੀ ਅੱਜ ਜਿਨ੍ਹਾਂ ਨਾਲ ਤੁਹਾਡਾ ਅਲਾਈਅੰਸ ਹੈ ਉਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਤੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਆਪਣਾ ਨਵਜੋਤ ਜੀ, ਮੈਂ ਸੁਖਰਾਜ ਜੀ ਹੋਰਾਂ ਦਾ ਬਹੁਤ ਸਤਿਕਾਰ ਕਰਦਾ ਕਿ ਇੱਕ ਸ਼ਹੀਦ ਦੇ ਪੁੱਤਰ ਹੈ, ਠੀਕ ਹੈ। ਦੂਸਰੀ ਗੱਲ, ਸਭ ਤੋਂ ਵੱਧ ਅਸੀਂ ਉਹਨਾਂ ਨਾਲ ਅਲਾਈਅੰਸ ਕੀਤਾ ਨਾ ਕਿ ਅਸੀਂ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਾਂ, ਠੀਕ ਹੈ। ਦੂਸਰੀ ਗੱਲ ਕਿ ਬਲਾਤਕਾਰੀ ਸਾਧ ਦਾ ਸਭ ਤੋਂ ਵੱਧ ਅਸੀਂ ਵਿਰੋਧ ਕੀਤਾ ਸ਼ੁਰੂ ਤੋਂ, ਤੁਹਾਨੂੰ ਪਤਾ ਇਸ ਗੱਲ ਦਾ। ਚਾਹੇ ਉਹ ਜਲਾਲ ਗਏ ਹੋਈਏ, ਦਮਦਮਾ ਸਾਹਿਬ, ਜਿੱਥੇ ਮਰਜ਼ੀ ਹੋਵੇ, ਸਭ ਤੋਂ ਵੱਧ ਅੱਗੇ ਹੋ ਕੇ ਉਹਦੀ ਨਿਖੇਧੀ ਕੀਤੀ, ਉਹਦੀ ਲੜਾਈ ਕੀਤੀ ਹੈ। ਔਰ ਅਕਾਲੀ ਦਲ ਦੇ ਵਿੱਚ ਹੁੰਦਿਆਂ ਵੀ ਅਸੀਂ ਸੌਦਾ ਸਾਧ ਦੇ ਖਿਲਾਫ ਸੀ। ਔਰ ਇੱਥੇ ਐਜ ਇੱਕ ਸਿੱਖ ਦਾ ਮਸਲਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਦਾ ਨਹੀਂ, ਉਹ ਕਿਸੇ ਵੀ ਪਾਰਟੀ ਦੇ ਵਿੱਚ ਬੈਠਾ ਹੋਵੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਦਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਦੂਜੀ ਜਿਹੜੀ ਟੀਨਾ ਮੈਡਮ ਦੀ ਗੱਲ ਕੀਤੀ ਹੈ ਨਾ, ਟੀਨਾ ਮੈਡਮ ਨੇ ਕਿ ਉਹਨਾਂ ਨੇ ਗੋਲੀਆਂ ਚਲਾਈਆਂ, ਕਿੰਨੇ ਗੋਲੀਆਂ? ਦਰਬਾਰ ਸਾਹਿਬ ਦੇ ਵਿੱਚ ਜੇ ਸੰਤ ਜਰਨੈਲ ਸਿੰਘ ਨੂੰ ਫੜਨਾ ਸੀ ਤਾਂ ਉਹ ਚੰਦੋ ਕਲਾ ਜਾਂਦਾ ਸੀ, ਉਹ ਬੰਬੇ ਗਿਆ ਸੀ, ਉਦੋਂ ਕਿਉਂ ਨਹੀਂ ਸਰਕਾਰ ਨੇ ਫੜਿਆ? ਰਸਤੇ 'ਚ ਫੜਦੇ ਉਹਨਾਂ ਨੂੰ। ਔਰ ਦੂਸਰੀ ਗੱਲ, ਉਹ ਦਿਨ ਕਿਉਂ ਚੁਣਿਆ ਗਿਆ? ਦਿਨ ਜਦੋਂ ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਆਪਣੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨਾਉਣ ਉੱਥੇ ਲੱਖਾਂ ਦੀ ਤਾਦਾਦ 'ਚ ਗਈਆਂ ਸੀ, ਦਿਨ ਕਿਉਂ ਟਾਰਗੇਟ ਕੀਤਾ ਗਿਆ? ਤੀਸਰੀ ਗੱਲ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦਰਬਾਰ ਅਕਾਲ ਤਖਤ ਸਾਹਿਬ ਤੇ ਸੀਗੇ, ਉਹ ਦਿਨ 37 ਗੁਰਬਾਣੀ ਪਿਆ। ਟੀਨਾ ਜੀ ਦੱਸ ਸਕਦੇ ਆ
ਕਿ 37 ਗੁਰਦੁਆਰਿਆਂ ਤੇ ਕਿਉਂ ਗੋਲੀਆਂ ਚਲਾਈਆਂ, ਫੌਜ ਕਿਉਂ ਚਾੜੀ? ਕਦੇ ਸੁਣਿਆ ਅੱਜ ਤੱਕ ਕਿਸੇ ਦੇਸ਼ ਦੀ ਫੌਜ ਨੇ ਕਿਸੇ ਦੇ ਨਾ ਕੀਤਾ ਹੋਵੇ? ਔਰ 2% ਅਸੀਂ ਹੋਈਏ ਔਰ 93% ਸਿਰ ਦਈਏ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ। ਤੇ ਜੇ ਅਸੀਂ ਆਪਣੇ ਹੱਕਾਂ ਦੇ ਲਈ, ਜੇ ਕੋਈ ਇੰਦਰਾ ਦੇ ਲਈ ਜਹਾਜ਼ ਅਗਵਾ ਕਰੇ ਤਾਂ ਉਹ ਮਿਨਿਸਟਰ ਬਣੇ, ਤੇ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਜਹਾਜ਼ ਅਗਵਾ ਕਰ ਲੇ ਤਾਂ ਉਹਦੀਆਂ ਲੱਤਾਂ ਵਿੱਚ ਟੀਕੇ ਲਾ ਲਾ ਕੇ ਉਹਨੂੰ ਗਾਲ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਾੜ ਕੇ ਦਿੱਤਾ ਜਾਵੇ। ਇਹਨਾਂ ਨੂੰ ਪੁੱਛੋ ਨਾ, ਇਸ ਗੱਲ ਦਾ ਜਵਾਬ ਦੇਣ। ਇਹ ਇੱਕ ਪਾਸੇ ਇੰਦਰਾ ਨੂੰ ਸ਼ਹੀਦ ਕਹਿ ਰਹੀ ਹੈ। ਇੰਦਰਾ ਸਿੱਖਾਂ ਦੀ, ਹਜ਼ਾਰਾਂ ਸਿੱਖਾਂ ਦੀ ਕਾਤਲ ਸੀ। ਕਾਂਗਰਸ ਨੇ ਜੋ ਸਿੱਖਾਂ ਦੇ ਲਈ ਕੀਤਾ, ਕਾਂਗਰਸ ਨੇ ਜੋ ਸਿੱਖਾਂ ਦੇ ਲਈ ਕੀਤਾ, ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ ਜੋ ਕਾਂਗਰਸ ਨੇ ਸਿੱਖਾਂ ਦੇ ਲਈ ਕੀਤਾ। ਕਾਂਗਰਸ ਪਾਰਟੀ ਨੇ, ਰਾਜੀਵ ਗਾਂਧੀ ਨੇ, ਇੰਦਰਾ ਗਾਂਧੀ ਜੀ ਨੇ ਪੰਜਾਬ ਸਟੇਟ ਸਿਰਫ ਸਿੱਖਾਂ ਦੇ ਲਈ, ਸਿਰਫ ਸਿੱਖਾਂ ਦੇ ਗਲਾਂ 'ਚ ਪੈਰ ਪਾ ਕੇ ਸਾੜਿਆ ਧੀਆਂ ਭੈਣਾਂ ਨੂੰ ਬੇਪਤ ਕੀਤਾ। ਮਾਸਟਰ ਤਾਰਾ ਸਿੰਘ ਜਵਾਹਰ ਲਾਲ ਨਹਿਰੂ ਐਕਟ ਅੱਜ ਤੱਕ ਤੁਸੀਂ ਵੀ ਯਾਦ ਕਰਦੇ ਹੋਵੋਗੇ। ਔਰ ਸੁਣੋ ਮੇਰੀ ਗੱਲ, ਸੁਣੋ ਮੈਂ ਤੁਹਾਡੀਆਂ ਸੁਣੀਆਂ, ਸੁਣੋ। ਤੁਹਾਡਾ ਪ੍ਰਧਾਨ ਮੰਤਰੀ ਕਹੇ ਜਦ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ। 14 ਰਾਜਾਂ ਦੇ ਵਿੱਚ ਤੁਸੀਂ ਸਿੱਖਾਂ ਦਾ ਕਤਲੇਆਮ ਕਰਵਾਇਆ। ਸਿੱਖਾਂ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਕਰੇਗਾ। ਕਾਂਗਰਸ ਨੇ ਕਿਹਾ ਸੀ, ਗੱਲ ਇਹ ਹੈ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਗੱਲ ਇਹ ਹੈ, ਮਾਫੀ ਚਾਹੁੰਦਾ ਮੈਨੂੰ ਰੋਕਣਾ ਪੈ ਰਿਹਾ ਹੈ। ਗੱਲ ਇਹ ਹੈ ਕਿ ਮਸਲਿਆਂ ਨੂੰ ਹੁਣ ਤੱਕ ਮਸਲਿਆਂ ਨੂੰ ਹਮੇਸ਼ਾ ਉਲਝਾਇਆ ਗਿਆ ਉਸੇ ਤਰੀਕੇ ਨਾਲ ਜਿਸ ਵਿਸ਼ੇ ਤੇ ਚਰਚਾ ਮੁਨੱਕਦ ਕੀਤੀ ਉਹਦੇ ਉੱਤੇ ਗੱਲ ਹੋਣ ਦੀ ਬਜਾਏ ਸਿੱਖਾਂ ਨੂੰ ਇਨਸਾਫ ਮਿਲੇ। ਸੋਢੀ ਸਾਹਿਬ ਗੱਲ ਉਹੀ ਆ ਗਈ। ਔਰ ਜੇ ਸਰਕਾਰ ਅੱਜ ਵੀ ਚਾਹੁੰਦੀ ਹੈ ਇਨਸਾਫ ਦੇਣਾ ਤੇ ਇਸ ਵੀਡੀਓ ਨੂੰ ਜਾਂਚ ਲੈ ਕੇ, ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ, ਬਿਲਕੁਲ ਪੁਲਿਸ ਨੇ ਉਕਸਾ ਕੇ, ਪੁਲਿਸ ਨੇ ਆਪ ਨਿਤਨੇਮ ਕਰਦੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਔਰ ਇਹ ਇੱਕ ਜਾਂਚ ਦਾ ਵਿਸ਼ਾ। ਚਲੋ ਸੋਢੀ ਸਾਹਿਬ, ਸਾਡੀ ਇੱਕ ਕੋਸ਼ਿਸ਼ ਸੀਗੀ ਕਿ ਗੱਲ ਜਿਹੜੀ ਹੈ ਉਹ ਨਵੇਂ ਤਰੀਕੇ ਨਾਲ ਤੁਰੇ ਔਰ ਜਿਹੜੀ ਵਾਕਈ ਹੀ ਹਕੀਕਤ ਹੈ ਉਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਇਹ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਸ ਤੋਂ ਅੱਗੇ ਮੈਂ ਇਸ ਵਿਸ਼ੇ ਦੇ ਉੱਤੇ ਚਰਚਾ ਨਹੀਂ ਕਰੂੰਗਾ, ਫੇਰ ਕੀਤੀ ਜਾ ਸਕਦੀ ਹੈ, ਕਿਉਂਕਿ ਹੁਣ ਤੱਕ ਜਿੰਨੇ ਮਸਲੇ ਮਿਸਾਈਲ ਹੈ ਕੌਮਾਂ ਦੇ, ਕੌਮੀਅਤ ਦੇ, ਉਹਨਾਂ ਨੂੰ ਮਹਿਜ਼ ਉਲਝਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਹੋਇਆ। ਤੇ ਮੈਂ ਵੀ ਨਹੀਂ ਚਾਹੁੰਦਾ ਕਿ ਆਪਾਂ ਇਸ ਮੁੱਦੇ ਦੇ ਉੱਤੇ ਹੋਰ ਮੁੱਦਿਆਂ ਦੇ ਉੱਤੇ ਉਲਝੀਏ। ਮਸਲਾ ਸਿੱਧਾ ਸਪਸ਼ਟ ਹੈ। ਰਮਨ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡੀ ਮੈਂ ਉਂਗਲ ਦੀ ਸ਼ਲਾਘਾ ਕਰਦਾ, ਪਰ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖਣ ਲਈ ਉਂਗਲ ਖੜੀ ਕੀਤੀ ਹੈ, ਲੋਕ ਨਾ ਉਂਗਲ ਖੜੀ ਕਰਨ। ਜਿਹੜੀ ਤੁਸੀਂ ਵਾਅਦਾ ਕੀਤਾ ਹੈ ਉਹ ਜ਼ਿੰਮੇਵਾਰੀ ਤੁਹਾਡੇ ਉੱਤੇ ਹੈ, ਉਹਨੂੰ ਵਫਾ ਕਰ ਦਿਓ ਤੇ ਸ਼ਾਇਦ ਲੋਕ ਤੁਹਾਨੂੰ ਹੱਥਾਂ ਤੇ ਚੱਕ ਲੈਣਗੇ ਤੇ ਉਂਗਲਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਪਏਗੀ। ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਮਾਂ ਕੱਢਿਆ ਇਸ ਚਰਚਾ ਦੇ ਵਿੱਚ ਆਏ। ਸੋ ਅਸੀਂ ਇਹ ਗੱਲ ਰੱਖਣੀ ਸੀ, ਗੱਲ ਰੱਖਤੀ ਹੈ। ਅੱਗੇ ਕੰਮ ਸਰਕਾਰਾਂ ਦਾ, ਪ੍ਰਸ਼ਾਸਨ ਦਾ, ਜਾਂਚ ਏਜੰਸੀ ਦਾ। ਇਸ ਬੰਦੇ ਨੂੰ ਕਿਉਂ ਇਗਨੋਰ ਕੀਤਾ ਗਿਆ, ਕਿਸ ਦੀ ਸ਼ਹਿ ਤੇ ਬੰਦੇ ਨੇ ਕੰਮ ਕੀਤਾ, ਕੌਣ ਇਹ ਬੰਦਾ ਸੀ, ਅੱਜ ਇਹ ਬੰਦਾ ਕਿੱਥੇ ਹੈ, ਇਹਨੇ ਕਿਉਂ ਪੁਲਿਸ ਦੇ ਉੱਤੇ ਲਾਠੀਚਾਰਜ ਕੀਤਾ, ਜੇ ਕੀਤਾ ਤੇ ਇਹ ਪੁਲਿਸ ਦੀ ਗਿਰਫਤ ਦੇ ਵਿੱਚ ਕਿਉਂ ਨਹੀਂ ਆਇਆ, ਜੇ ਗਿਰਫਤ ਦੇ ਵਿੱਚ ਹੈ ਤਾਂ ਇਹਦੇ ਉੱਤੇ ਕੀ ਗੱਲ ਹੋਈ, ਕੀ ਐਕਸ਼ਨ ਹੋਇਆ, ਕੀ ਕਿਸੇ ਨੇ ਇਸ ਬਾਰੇ ਸੋਚਿਆ। ਅੱਜ ਦੇ ਲਈ ਇਸ ਚਰਚਾ ਦੇ ਵਿੱਚ ਇੰਨਾ ਹੀ। ਮੁੜ ਮਿਲਾਂਗੇ ਹੋਰ ਵਿਸ਼ੇ ਦੇ ਨਾਲ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।